ਧੰਨ ਵਾਹਿਗੁਰੂ ਸਾਹਿਬ ਜੀਓ। ਗੁਰੂ ਗਰੀਬ ਨਿਵਾਜ, ਗੁਰੂ ਗੁਰੂ ਗੁਰ ਕਰ ਮਨ ਮੋਰ। ਗੁਰੂ ਬਿਨਾ ਮੈਂ ਨਾਹੀ ਹੋਰ, ਗੁਰ ਕੀ ਟੇਕ ਰਹੋ ਦਿਨ ਰਾਤ। ਜਾਂ ਕੀ ਕੋਇ ਨਾ ਮਿਟੈ ਦਾਤ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਪਰਮ ਸਤਿਕਾਰਯੋਗ ਜੁਗੋ ਜੁਗ ਅਟਲ, ਚਵਰ ਛਤਰ ਤਖਤ ਦੇ ਮਾਲਕ, ਪਤਿਤ ਪਾਵਨ ਕਿਰਪਾ ਨਿਧਾਨ ਵਾਲੀਏ ਕੁਲ ਆਲਮ। ਗਿਆਨ ਦੇ ਸਾਗਰ ਗੁਰਬਾਣੀ ਦੇ ਮੁਜੱਸਮੇ ਸਰਵਰੇ ਕਾਇਨਾਤ। ਦੀਨ ਦੁਨੀਆ ਦੇ ਪਾਤਸ਼ਾਹ, ਦੀਨ ਦੁਨੀਆ ਦੇ ਰਹਿਬਰ, ਸਮੁੱਚੀ ਮਾਨਵਤਾ ਦੀ ਇਕਲੌਤੀ ਆਸ। ਹਾਜ਼ਰ ਨਾਜ਼ਰ ਸਤਿਗੁਰੂ, ਗੁਰੂਆਂ ਦੇ ਗੁਰੂ, ਪੀਰਾਂ ਦੇ ਪੀਰ, ਸੰਤਾਂ ਦੇ ਸੰਤ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਅਤੇ ਪਵਿੱਤਰ ਬਾਰਗਾਹ ਦੇ ਅੰਦਰ ਸ਼ਸ਼ੋਭਤ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਜੀ ਕਾ ਖਾਸ ਰੂਪ, ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਵਡਭਾਗੇ ਹਾਂ। ਵੱਡੇ ਭਾਗ ਨੇ ਸਾਡੇ ਸਾਰਿਆਂ ਦੇ ਜੋ ਸਤਿਗੁਰੂ ਪਾਤਸ਼ਾਹ ਜੀ ਦੀ ਪਾਵਨ ਗੋਦ ਦੇ ਵਿੱਚ ਬੈਠਣ ਦਾ ਇਹ ਸੁਭਾਗ ਸਮਾਂ, ਇਹ ਸੁਭਾਗ ਅਵਸਰ ਪ੍ਰਾਪਤ ਹੋਇਆ ਹੈ। ਸਾਧ ਸੰਗਤ ਸਿੱਖ ਧਰਮ ਦੇ ਅੰਦਰ, ਗੁਰਬਾਣੀ ਦੇ ਅੰਦਰ ਸਤ ਸੰਗਤ ਦੀ ਬੜੀ ਮਹਾਨਤਾ ਹੈ। ਜਦੋਂ ਆਪਾਂ ਪਾਵਨ ਬਾਣੀ ਪੜ੍ਹਦੇ ਹਾਂ, ਪਾਵਨ ਬਾਣੀ ਦੇ ਅੰਦਰ ਸਤਿਗੁਰੂ ਪਾਤਸ਼ਾਹ ਜੀ ਦਾ ਸਤ ਸੰਗਤ ਦੇ ਪਰਥਾਏ ਇੱਕ ਬੜਾ ਪਿਆਰਾ ਬਚਨ ਆਉਂਦਾ ਹੈ। ਮਹਾਰਾਜ ਕਹਿੰਦੇ ਨੇ, ਏਕ ਪਲਕ ਸੁਖ ਸਹਿਜ ਸਮਾਗਮ, ਕੋਟ ਬੈਕੁੰਠੈ ਪਾਏ। ਪਲਕ ਕਹਿੰਦੇ ਨੇ ਅੱਖ ਝਮਕਣ ਜਿਤਨਾ ਸਮਾਂ। ਮਹਾਰਾਜ ਕਹਿੰਦੇ ਨੇ ਕੋਈ ਸ਼ਰਧਾ ਦੇ ਨਾਲ, ਭਾਵਨਾ ਦੇ ਨਾਲ, ਪਿਆਰ ਦੇ ਨਾਲ ਅੱਖ ਝਮਕਣ ਜਿਤਨਾ ਸਮਾਂ ਗੁਰੂ ਦੇ ਕੋਲ ਬੈਠ ਜਾਵੇ, ਗੁਰੂ ਦੀ ਸੰਗਤ ਕਰ ਲਵੇ। ਸਦ ਸੰਗਤ ਗੁਰੂ ਕਰੋੜਾਂ ਸਵਰਗ ਉਹਦੀ ਝੋਲੀ ਦੇ ਵਿੱਚ ਪਾ ਦਿੰਦਾ ਹੈ। ਭਾਵ ਜਿਉਂਦੇ ਜੀ ਉਸ ਮਨੁੱਖ ਦੀ ਜ਼ਿੰਦਗੀ ਸਵਰਗ ਬਣ ਜਾਂਦੀ ਹੈ ਜਿਹੜਾ ਸ਼ਰਧਾ ਦੇ ਨਾਲ, ਭਾਵਨਾ ਦੇ ਨਾਲ ਗੁਰੂ ਦੀ ਸੰਗਤ ਕਰਦਾ ਹੈ।
ਜਿਹਨੂੰ ਬਾਬਾ ਕਬੀਰ ਸਾਹਿਬ ਕਹਿੰਦੇ ਕਬੀਰ ਏਕ ਘੜੀ ਆਦੀ ਘੜੀ, ਆਦੀ ਹੂੰ ਤੇ ਆਦ ਭਗਤਨ ਸੇਤੀ ਗੋਸ਼ਟੇ ਜੋ ਕੀਨੇ ਸੋ ਲਾਭ। ਬਾਬਾ ਕਬੀਰ ਸਾਹਿਬ ਕਹਿੰਦੇ ਕੋਈ ਵੀ ਮਨੁੱਖ ਸ਼ਰਧਾ ਦੇ ਨਾਲ, ਭਾਵਨਾ ਦੇ ਨਾਲ, ਪਿਆਰ ਦੇ ਨਾਲ ਅੱਧੀ ਤੋਂ ਅੱਧੀ ਘੜੀ ਗੁਰੂ ਦੀ ਸੰਗਤ ਕਰ ਲਵੇ, ਗੁਰੂ ਦੀ ਸੰਗਤ ਵਿੱਚ ਬੈਠ ਜਾਵੇ, ਸਾਧ ਸੰਗਤ ਉਹਦਾ ਲੋਕ ਵੀ ਸੁਹੇਲਾ ਹੋ ਜਾਂਦਾ ਹੈ ਤੇ ਉਹਦਾ ਪਰਲੋਕ ਵੀ ਸੁਹੇਲਾ ਹੋ ਜਾਂਦਾ ਹੈ। ਉਹਨੂੰ ਜਿਉਂਦੇ ਜੀ ਵੀ ਉਹਦਾ ਲਾਭ ਪ੍ਰਾਪਤ ਹੁੰਦਾ ਹੈ ਤੇ ਮਰਨ ਤੋਂ ਬਾਅਦ ਵੀ ਉਹਨੂੰ ਉਹਦਾ ਲਾਭ ਪ੍ਰਾਪਤ ਹੁੰਦਾ ਹੈ। ਸਾਡੇ ਸਭ ਤੋਂ ਹੀ ਵੱਡੇ ਭਾਗ ਨੇ ਜੋ ਸਾਨੂੰ ਸਤ ਸੰਗਤ ਦੀਆਂ ਇਹ ਘੜੀਆਂ ਪ੍ਰਾਪਤ ਹੋਈਆਂ ਨੇ। ਮੇਰੇ ਤੋਂ ਪਹਿਲਾਂ ਸਤਿਕਾਰਯੋਗ ਕਵੀਸ਼ਰ ਜਥੇ ਪਾਸੋਂ ਆਪ ਸਰਬੱਤ ਮਾਈ ਭਾਈ ਸੰਗਤ ਨੇ ਬੜੇ ਪਿਆਰ ਦੇ ਨਾਲ ਬਾਬਾ ਬਿਧੀ ਚੰਦ ਦਾ ਇਤਿਹਾਸ ਸਰਵਣ ਕੀਤਾ ਹੈ। ਭਾਗਾ ਵਾਲਿਓ, ਇਹ ਜਿਹੜਾ ਸਮਾਗਮ ਹੈ ਇਹ ਹੋਲੇ ਮਹੱਲੇ ਨੂੰ ਸਮਰਪਿਤ ਹੈ। ਇਹ ਗੁਰਮੁਖ ਪਿਆਰੇ ਪ੍ਰਬੰਧਕ ਜਨ ਪਹਿਲਾ ਸਮਾਗਮ ਕਰਵਾ ਰਹੇ ਨੇ ਤੇ ਇਹ ਜਿਹੜਾ ਸਮਾਗਮ ਹੈ ਸਾਧ ਸੰਗਤ ਹੋਲੇ ਮਹੱਲੇ ਨੂੰ ਸਮਰਪਿਤ ਹੈ। ਹੋਲੇ ਮਹੱਲੇ ਨੂੰ ਦਾਸ ਨੇ ਆਪ ਜੀ ਦੇ ਨਾਲ ਹੋਲੀ ਅਤੇ ਹੋਲੇ ਮਹੱਲੇ ਦੇ ਸੰਬੰਧ ਦੇ ਵਿੱਚ ਵਿਚਾਰਾਂ ਦੀ ਸਾਂਝ ਪਾਉਣੀ ਹੈ। ਬੜੇ ਪਿਆਰ ਦੇ ਨਾਲ, ਬੜੀ ਭਾਵਨਾ ਦੇ ਨਾਲ, ਬੜੇ ਅਦਬ ਦੇ ਨਾਲ ਤੁਸੀਂ ਸਾਰਿਆਂ ਨੇ ਗੁਰੂ ਦੀ ਗੋਦ ਦੇ ਵਿੱਚ ਬੈਠ ਕੇ ਵਿਚਾਰਾਂ ਸਰਵਣ ਕਰਨੀਆਂ। ਮੈਂ ਅਕਸਰ ਇੱਕ ਬੇਨਤੀ ਕਰਦਾ ਹੁੰਨਾ, ਦੁਨੀਆ ਦੇ ਜਿੰਨੇ ਦਫ਼ਤਰ ਨੇ ਉਹਨਾਂ ਦਫ਼ਤਰਾਂ ਵਿੱਚ ਸਰੀਰ ਦੀ ਹਾਜ਼ਰੀ ਲੱਗਦੀ ਹੈ, ਪਰ ਗੁਰੂ ਨਾਨਕ ਦਾ ਇਹ ਦਰ ਹੈ, ਇਹ ਘਰ ਹੈ, ਇਹ ਦਫ਼ਤਰ ਹੈ ਜਿੱਥੇ ਸਰੀਰ ਦੀ ਨਹੀਂ ਬਲਕਿ ਮਨ ਦੀ ਹਾਜ਼ਰੀ ਲੱਗਦੀ ਹੈ, ਮਨ ਦੀ। ਭਾਗਾਂ ਵਾਲਿਓ, ਜੇ ਸਰੀਰ ਕਰਕੇ ਇੱਥੇ ਬੈਠੇ ਆ, ਮਨ ਸਾਡਾ ਬਾਹਰ ਭਟਕ ਰਿਹਾ ਹੈ, ਗੁਰੂ ਕੋਲ ਬੈਠਿਆ ਸਾਡਾ ਪ੍ਰਵਾਨ ਨਹੀਂ, ਤੇ ਜੇ ਸਰੀਰ ਕਰਕੇ ਵੀ ਹਾਜ਼ਰ ਆ, ਮਨ ਕਰਕੇ ਵੀ ਹਾਜ਼ਰ ਆ, ਫਿਰ ਅਸੀਂ ਗੁਰੂ ਦੀ ਕਿਰਪਾ ਦੇ, ਗੁਰੂ ਦੀ ਬਖਸ਼ਿਸ਼ ਦੇ, ਗੁਰੂ ਦੀ ਨਜ਼ਰ ਦੇ ਪਾਤਰ ਜ਼ਰੂਰ ਬਣਾਂਗੇ। ਜਿਹਨੂੰ ਬਾਬਾ ਜੀ ਨੇ ਬਾਣੀ 'ਚ ਕਿਹਾ, ਗੁਰ ਸਭਾ ਏਵ ਨਾ ਪਾਈਐ, ਨਾ ਨੇੜੇ ਨਾ ਦੂਰ, ਨਾਨਕ ਸਤਿਗੁਰ ਤਾਂ ਮਿਲੈ ਜਾਂ ਮਨ ਰਹਿ ਹਦੂਰ। ਭਾਗਾ ਵਾਲਿਓ, ਗੁਰੂ ਦੀ ਕਿਰਪਾ ਦਾ, ਗੁਰੂ ਦੀ ਬਖਸ਼ਿਸ਼ ਦਾ, ਗੁਰੂ ਦੀ ਨਜ਼ਰ ਦਾ ਪਾਤਰ ਹੀ ਉਹ ਬਣਦਾ ਹੈ ਜਿਹੜਾ ਮਨ ਕਰਕੇ ਗੁਰੂ ਚਰਨਾਂ ਦੇ ਵਿੱਚ ਆਪਣੀ ਹਾਜ਼ਰੀ ਲਵਾਉਂਦਾ ਹੈ। ਜਿਹਨੂੰ ਬਾਬਾ ਜੀ ਨੇ ਬਾਣੀ 'ਚ ਕਿਹਾ, ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ। ਸਾਧ ਸੰਗਤ, ਕਥਾ ਵਾਸਤੇ ਇੱਕ ਮਾਹੌਲ ਚਾਹੀਦਾ ਹੈ। ਜਿੰਨਾ ਚਿਰ ਉਹ ਮਾਹੌਲ ਨਾ ਬਣੇ, ਨਾ ਤੇ ਬੋਲਣ ਵਾਲੇ ਨੂੰ ਆਨੰਦ ਆਉਂਦਾ ਹੈ, ਨਾ ਸੁਣਨ ਵਾਲਿਆਂ ਨੂੰ ਆਨੰਦ ਆਉਂਦਾ ਹੈ, ਨਾ ਬਕਤੇ ਨੂੰ ਆਨੰਦ ਆਉਂਦਾ ਹੈ ਤੇ ਨਾ ਸਰੋਤਿਆਂ ਨੂੰ ਆਨੰਦ ਆਉਂਦਾ ਹੈ। ਇਸ ਕਰਕੇ ਆਪਾਂ ਸਾਰਿਆਂ ਨੇ ਇਕਾਗਰਤਾ ਬਣਾ ਕੇ ਰੱਖਣੀ ਹੈ। ਆ ਛੋਟੇ ਛੋਟੇ ਬੱਚੇ ਬਾਹਰ ਰੌਲਾ ਪਾ ਰਹੇ ਨੇ, ਮੈਂ ਬੱਚਿਆਂ ਦੇ ਮਾਤਾ ਪਿਤਾ ਜਾਂ ਪ੍ਰਬੰਧਕਾਂ ਨੂੰ ਬੇਨਤੀ ਕਰਾਂਗਾ ਕਿ ਇਹਨਾਂ ਬੱਚਿਆਂ ਨੂੰ ਬਾਹਰ ਚੁੱਪ ਕਰਾਇਆ ਜਾਵੇ। ਆਪਾਂ ਸਾਰਿਆਂ ਨੇ ਸ਼ਾਂਤੀ ਬਣਾ ਕੇ ਰੱਖਣੀ ਹੈ। ਸੋ ਆਓ ਭਾਗਾਂ ਵਾਲਿਓ, ਵਿਚਾਰਾਂ ਦੀ ਪ੍ਰਾਰੰਭਤਾ ਕਰਨ ਤੋਂ ਪਹਿਲਾਂ ਦਸ਼ਮੇਸ਼ ਪਿਤਾ ਸਰਬੰਸ ਦਾਨੀ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਨਾਲ ਸਾਂਝ ਪਾਈਏ ਜੀ। ਇੱਕੋ ਵਾਰੀ ਕਹਿਣ ਤੇ ਫਤਿਹ ਪ੍ਰਵਾਨ ਕਰੋ। ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ, ਇੱਕ ਮਨੌਤ ਹੈ, ਮਨੌਤ। ਮਨੌਤ ਕਹਿੰਦੇ ਨੇ ਮੰਨੀ ਹੋਈ ਗੱਲ। ਮਨੌਤ ਕਿਹਨੂੰ ਕਹਿੰਦੇ ਨੇ? ਮੰਨੀ ਹੋਈ ਗੱਲ। ਇੱਕ ਮਨੌਤ ਹੈ, ਕਹਿੰਦੇ ਹਰਨਾਕਸ਼ ਨੇ ਰੱਬ ਦੀ ਭਗਤੀ ਕੀਤੀ, ਪਰਮਾਤਮਾ ਦੀ ਭਗਤੀ ਕੀਤੀ। 8:45 ਹੋ ਚੁੱਕੇ ਨੇ ਤੇ 9:20-25 ਤੱਕ ਦਾਸ ਨੇ ਫਤਿਹ ਬੁਲਾ ਦੇਣੀ। ਮੈਂ ਬਹੁਤਾ ਸਮਾਂ ਤੁਹਾਡਾ ਨਹੀਂ ਲੈਣਾ।
क्योंकि मेरे तो बाद बहुत सत्कारयोग कहबे को शोभा नहीं देखा ही परवान ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਸਿੱਧ ਕਵੀਸ਼ਰ ਜੱਥਾ ਭਾਈ ਕਵਲਜੀਤ ਸਿੰਘ ਗਗੜੇਵਾਲ, ਭਾਈ ਅਮਰਜੀਤ ਸਿੰਘ ਢੱਡੇ ਤੇ ਭਾਈ ਵਿਰਸਾ ਸਿੰਘ ਜੀ, ਉਹ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਸੁਭਾਏਮਾਨ ਨੇ ਤੇ ਉਹਨਾਂ ਨੇ ਆਪ ਜੀ ਦੇ ਨਾਲ ਵਿਚਾਰਾਂ ਦੀ ਸਾਂਝ ਪਾਉਣੀ ਹੈ। ਇਸ ਕਰਕੇ ਮੈਂ ਬਹੁਤਾ ਸਮਾਂ ਨਹੀਂ ਲੈਣਾ। ਧਿਆਨ ਦੇਣਾ ਸਾਧ ਸੰਗਤ। ਕਹਿੰਦੇ ਹਰਨਾਕਸ਼ ਨੇ ਰੱਬ ਦੀ ਭਗਤੀ ਕੀਤੀ, ਪਰਮਾਤਮਾ ਦੀ ਭਗਤੀ ਕੀਤੀ। ਜਦੋਂ ਹਰਨਾਕਸ਼ ਨੇ ਰੱਬ ਦੀ ਭਗਤੀ ਕੀਤੀ, ਪਰਮਾਤਮਾ ਦੀ ਭਗਤੀ ਕੀਤੀ, ਰੱਬ ਪ੍ਰਗਟ ਹੋਇਆ, ਪਰਮਾਤਮਾ ਪ੍ਰਗਟ ਹੋਇਆ ਤੇ ਰੱਬ ਹਰਨਾਕਸ਼ ਨੂੰ ਇਹ ਗੱਲ ਕਹਿੰਦਾ ਏ, ਮੈਂ ਤੇਰੀ ਭਗਤੀ ਤੋਂ, ਮੈਂ ਤੇਰੀ ਬੰਦਗੀ ਤੋਂ ਬੜਾ ਖੁਸ਼ ਹਾਂ। ਜੋ ਵੀ ਤੂੰ ਮੇਰੇ ਕੋਲੋਂ ਮੰਗੇਗਾ ਮੈਂ ਤੈਨੂੰ ਜ਼ਰੂਰ ਦਵਾਂਗਾ। ਫਿਰ ਬੇਨਤੀ ਸਰਵਣ ਕਰਿਓ। ਹਰਨਾਕਸ਼ ਨੇ ਰੱਬ ਦੀ ਭਗਤੀ ਕੀਤੀ, ਪਰਮਾਤਮਾ ਦੀ ਭਗਤੀ ਕੀਤੀ। ਸਾਧ ਸੰਗਤ, ਰੱਬ ਪ੍ਰਗਟ ਹੋਇਆ, ਪਰਮਾਤਮਾ ਪ੍ਰਗਟ ਹੋਇਆ। ਰੱਬ ਹਰਨਾਕਸ਼ ਨੂੰ ਕਹਿੰਦਾ ਹੈ, ਜੋ ਵੀ ਤੂੰ ਮੇਰੇ ਕੋਲੋਂ ਮੰਗੇਗਾ ਮੈਂ ਤੈਨੂੰ ਜ਼ਰੂਰ ਦਵਾਂਗਾ, ਮੈਂ ਤੈਨੂੰ ਜ਼ਰੂਰ ਦਵਾਂਗਾ। ਹੁਣ ਸਾਧ ਸੰਗਤ ਕਹਿੰਦੇ ਨੇ ਹਰਨਾਕਸ਼ ਨੂੰ ਮੌਤ ਤੋਂ ਬੜਾ ਡਰ ਲੱਗਦਾ ਸੀ। ਹਰਨਾਕਸ਼ ਨੂੰ ਮੌਤ ਤੋਂ ਬੜਾ ਡਰ ਲੱਗਦਾ ਸੀ, ਮਰਨ ਤੋਂ ਬੜਾ ਡਰ ਲੱਗਦਾ ਸੀ। ਭਾਗਾਂ ਵਾਲਿਓ, ਕੱਲਾ ਹਰਨਾਕਸ਼ ਨਹੀਂ, ਦੁਨੀਆ ਦਾ ਹਰ ਬੰਦਾ ਮੌਤ ਤੋਂ ਡਰਦਾ ਹੈ, ਦੁਨੀਆ ਦਾ ਹਰ ਬੰਦਾ ਮਰਨ ਤੋਂ ਡਰਦਾ ਹੈ। ਮੈਂ ਨਹੀਂ ਕਹਿੰਦਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਕਹਿੰਦੀ ਹੈ। ਤੁਸੀਂ ਪਾਵਨ ਬਾਣੀ ਪੜੋ, ਪਾਵਨ ਬਾਣੀ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਦਾ ਇੱਕ ਬਚਨ ਆਉਂਦਾ ਹੈ। ਮਹਾਰਾਜ ਕਹਿੰਦੇ ਨੇ, ਮਰਨੇ ਤੇ ਜਗਤ ਡਰੈ, ਮਰਨੇ ਤੇ ਜਗਤ ਡਰੈ, ਜੀਵਿਆ ਲੋੜੈ ਸਭ ਕੋਏ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਹੈ, ਸਾਰਾ ਸੰਸਾਰ ਮੌਤ ਤੋਂ ਡਰਦਾ ਹੈ, ਸਾਰਾ ਸੰਸਾਰ ਮਰਨ ਤੋਂ ਡਰਦਾ ਹੈ। ਦੁਨੀਆ ਦਾ ਹਰ ਇੱਕ ਬੰਦਾ, ਹਰ ਇੱਕ ਮਨੁੱਖ ਲੰਮੀ ਜ਼ਿੰਦਗੀ ਜਿਉਣੀ ਚਾਹੁੰਦਾ ਹੈ, ਲੰਮੀ ਜ਼ਿੰਦਗੀ। ਭਾਗਾਂ ਵਾਲਿਓ, ਕਿਸੇ 90 ਸਾਲ ਦੇ ਬਜ਼ੁਰਗ ਨੂੰ ਪੁੱਛ ਕੇ ਵੇਖੋ, ਕਿਸੇ 100 ਸਾਲ ਦੇ ਬਜ਼ੁਰਗ ਨੂੰ ਪੁੱਛ ਕੇ ਵੇਖੋ ਕਿ ਬਾਪੂ ਜੀ ਤੁਹਾਡਾ ਮਰਨ ਨੂੰ ਜੀ ਕਰਦਾ? ਬਾਪੂ ਜੀ ਤੁਹਾਡਾ ਇਸ ਸੰਸਾਰ ਤੋਂ ਜਾਣ ਨੂੰ ਜੀ ਕਰਦਾ? ਤੇ ਉਹਦਾ ਜਵਾਬ ਪਤਾ ਕੀ ਹੋਵੇਗਾ? ਉਹਦਾ ਜਵਾਬ ਇਹ ਹੋਵੇਗਾ ਵੀ ਨਹੀਂ ਭਾਈ, ਮੇਰਾ ਮਰਨ ਨੂੰ ਜੀ ਨਹੀਂ ਕਰਦਾ, ਮੇਰਾ ਇਹ ਸੰਸਾਰ ਛੱਡ ਕੇ ਜਾਣ ਨੂੰ ਜੀ ਨਹੀਂ ਕਰਦਾ। ਬਾਪੂ ਜੀ 90 ਸਾਲ ਤੁਸੀਂ ਉਮਰ ਭੋਗ ਲਈ, 100 ਸਾਲ ਤੁਸੀਂ ਉਮਰ ਭੋਗ ਲਈ, ਤੁਸੀਂ ਅਜੇ ਵੀ ਕਹਿੰਦੇ ਹੋ ਕਿ ਇਹ ਸੰਸਾਰ ਛੱਡ ਕੇ ਜਾਣ ਨੂੰ ਜੀ ਨਹੀਂ ਕਰਦਾ। ਤੇ ਭਾਗਾਂ ਵਾਲੇ, ਉਹਦਾ ਜਵਾਬ ਪਤਾ ਕੀ ਹੋਵੇਗਾ? ਧਿਆਨ ਨਾਲ ਸਾਰੇ ਸੁਣਿਓ। ਉਹਦਾ ਜਵਾਬ ਹੋਵੇਗਾ, ਇਹ ਧੀਆਂ ਪੁੱਤਰ, ਇਹ ਪੋਤੇ ਪੋਤਰੀਆਂ, ਇਹ ਦੋਤੇ ਦੋਤਰੀਆਂ, ਇਹ ਸੰਸਾਰ ਬੜਾ ਹੀ ਪਿਆਰਾ ਲੱਗਦਾ ਏ, ਇਸ ਕਰਕੇ ਇਹ ਸੰਸਾਰ ਛੱਡ ਕੇ ਜਾਣ ਨੂੰ ਜੀ ਨਹੀਂ ਕਰਦਾ। ਇਸ ਕਰਕੇ ਸੰਸਾਰ ਛੱਡ ਕੇ ਜਾਣ ਨੂੰ ਜੀ ਨਹੀਂ ਕਰਦਾ। ਜਿਹਨੂੰ ਭਾਈ ਗੁਰਦਾਸ ਜੀ ਕਹਿੰਦੇ, ਅੱਖੀਂ ਵੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ, ਉਸਤਤ ਨਿੰਦਾ ਕੰਨ ਸੁਣ ਰੋਵਣ ਤੇ ਹਾਸੇ, ਸਾਦੀ ਜੀਭ ਨਾ ਰੱਜੀਆਂ ਕਰ ਭੋਗ ਬਿਲਾਸੇ, ਨੱਕ ਨਾ ਰੱਜਾ ਵਾਸ ਲੈ ਦੁਰਗੰਧ ਸਵਾਸੇ। ਅੰਤ ਵਿੱਚ ਭਾਈ ਗੁਰਦਾਸ ਜੀ ਕਹਿੰਦੇ, ਰੱਜ ਨਾ ਕੋਈ ਜੀਵਿਆ ਕੂੜੇ ਪ੍ਰਵਾਸੇ। ਭਾਗਾਂ ਵਾਲਿਓ, ਬੰਦੇ ਦੀ ਉਮਰ 90 ਸਾਲ ਹੋ ਜਾਵੇ, 100 ਸਾਲ ਹੋ ਜਾਵੇ, 110 ਸਾਲ ਹੋ ਜਾਵੇ, ਭਾਵੇਂ 150 ਸਾਲ ਹੋ ਜਾਵੇ, ਕੋਈ ਵੀ ਬੰਦਾ ਜ਼ਿੰਦਗੀ ਜਿਉਂ ਕੇ ਰੱਜਦਾ ਨਹੀਂ। ਹੁਣ ਧਿਆਨ ਦੇਣਾ, ਹਰਨਾਕਸ਼ ਨੂੰ ਮੌਤ ਤੋਂ ਬੜਾ ਡਰ ਲੱਗਦਾ ਸੀ, ਮਰਨ ਤੋਂ ਬੜਾ ਡਰ ਲੱਗਦਾ ਸੀ। ਉਹਨੇ ਰੱਬ ਦੇ ਕੋਲੋਂ 16 ਵਾਰ ਮੰਗ ਲਏ। ਬਸ ਇਸੇ ਤਰ੍ਹਾਂ ਸ਼ਾਂਤੀ ਬਣਾ ਕੇ ਰੱਖਿਓ, ਇਕਾਗਰਤਾ ਬਣਾ ਕੇ ਰੱਖਿਓ, ਕੱਲੀ ਕੱਲੀ ਗੱਲ ਤੁਹਾਡੇ ਸਮਝ ਵਿੱਚ ਆਵੇਗੀ। ਕਹਿੰਦੇ ਨੇ ਹਰਨਾਕਸ਼ ਨੇ ਰੱਬ ਕੋਲੋਂ, ਪਰਮਾਤਮਾ ਦੇ ਕੋਲੋਂ 16 ਵਾਰ ਮੰਗ ਲਏ। ਉਹ 16 ਵਾਰ ਕਿਹੜੇ ਮੰਗੇ? ਨਾ ਮੈਂ ਅੰਦਰ ਮਰਾਂ, ਨਾ ਬਾਹਰ ਮਰਾਂ, ਨਾ ਦਿਨੇ ਮਰਾਂ, ਨਾ ਰਾਤ ਮਰਾਂ, ਨਾ ਧੁੱਪੇ ਮਰਾਂ, ਨਾ ਛਾਵੇਂ ਮਰਾਂ,
ਨਾ ਗਰਮੀ ਨਾਲ ਮਰਾਂ, ਨਾ ਸਰਦੀ ਨਾਲ ਮਰਾਂ, ਨਾ ਅੱਗ ਨਾਲ ਮਰਾਂ, ਨਾ ਪਾਣੀ ਨਾਲ ਮਰਾਂ, ਨਾ ਔਰਤ ਨਾਲ ਮਰਾਂ ਤੇ ਨਾ ਕਿਸੇ ਮਰਦ ਕੋ ਮਰਾਂ। ਹੁਣ ਸਾਧ ਸੰਗਤ 16 ਵਾਰ ਉਹਨੇ ਰੱਬ ਕੋਲੋਂ ਮੰਗੇ ਤੇ 16 ਦੇ 16 ਵਾਰ ਰੱਬ ਨੇ ਹਰਨਾਕਸ਼ ਦੀ ਝੋਲੀ ਦੇ ਵਿੱਚ ਪਾ ਦਿੱਤੇ। ਹਰਨਾਕਸ਼ ਦੀ ਝੋਲੀ ਦੇ ਵਿੱਚ ਪਾ ਦਿੱਤੇ। ਧਿਆਨ ਦੇਣਾ ਜੀ, ਹੁਣ ਮੈਂ ਜਿਹੜੀ ਬੇਨਤੀ ਕਰਨ ਲੱਗਾ, ਆਪਾਂ ਜਿੰਨੇ ਇੱਥੇ ਬੈਠੇ ਆ ਨਾ, ਆਪਾਂ ਜਿੰਨੇ ਇੱਥੇ ਬੈਠੇ, ਮੈਂ ਬਹੁਤਿਆਂ ਦੀ ਗੱਲ ਨਹੀਂ ਕਰਦਾ, ਆਪਾਂ ਜਿੰਨੇ ਇੱਥੇ ਗੁਰਦੁਆਰਾ ਸਾਹਿਬ ਦੇ ਅੰਦਰ ਬੈਠੇ ਆ, ਸਾਨੂੰ ਸਾਰਿਆਂ ਨੂੰ ਪਤਾ ਅਸੀਂ ਮਰ ਜਾਣਾ। ਸਾਨੂੰ ਸਾਰਿਆਂ ਨੂੰ ਪਤਾ ਅਸੀਂ ਮਰ ਜਾਣਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵੀ ਕਹਿੰਦੀ ਹੈ, ਸਭਨਾ ਮਰਨਾ ਆਇਆ ਵਿਛੋੜਾ ਸਭਨਾ, ਪੁੱਛੋ ਜਾਏ ਸਿਆਣਿਆ ਆਗੇ ਮਿਲਣ ਕੇ ਨਾ। ਅਸੀਂ ਜਿੰਨੇ ਇੱਥੇ ਬੈਠੇ ਆ ਨਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਜਿੰਨੇ ਬੈਠੇ ਆ, ਭਾਗਾਂ ਵਾਲਿਓ, ਸਾਨੂੰ ਸਾਰਿਆਂ ਨੂੰ ਪਤਾ ਇੱਕ ਦਿਨ ਅਸੀਂ ਮਰ ਜਾਣਾ, ਇੱਕ ਦਿਨ ਅਸੀਂ ਇਸ ਸੰਸਾਰ ਤੋਂ ਚਲੇ ਜਾਣਾ। ਅਸੀਂ ਤਾਂ ਵੀ ਨਿੱਕੀਆਂ ਨਿੱਕੀਆਂ ਗੱਲਾਂ ਦਾ ਹੰਕਾਰ ਕਰਦੇ ਆ, ਨਿੱਕੀਆਂ ਨਿੱਕੀਆਂ ਗੱਲਾਂ ਦਾ। ਕਿਉਂ ਜੀ ਦੱਸੋ, ਕਰਦੇ ਕਿ ਨਹੀਂ ਕਰਦੇ? ਕਰਦੇ ਆ ਨਾ। ਸਰੀਰ ਦਾ ਹੰਕਾਰ ਅਸੀਂ ਕਰਦੇ ਆ, ਸਰੀਰ ਦਾ ਹੰਕਾਰ ਅਸੀਂ ਕਰਦੇ ਆ, ਕੋਠੀਆਂ ਦਾ ਹੰਕਾਰ ਅਸੀਂ ਕਰਦੇ ਆ, ਧੀਆਂ ਪੁੱਤਰਾਂ ਦਾ ਹੰਕਾਰ ਅਸੀਂ ਕਰਦੇ ਆ, ਗੱਡੀਆਂ ਦਾ ਹੰਕਾਰ ਅਸੀਂ ਕਰਦੇ ਆ, ਜ਼ਮੀਨ ਜਾਇਦਾਦ ਦਾ ਹੰਕਾਰ ਅਸੀਂ ਕਰਦੇ ਆ, ਉੱਚੀ ਜਾਤ ਦਾ ਹੰਕਾਰ ਅਸੀਂ ਕਰਦੇ ਆ ਵੀ ਮੈਂ ਉੱਚੀ ਜਾਤ ਵਾਲਾ ਤੇ ਫਲਾਣਾ ਨੀਵੀਂ ਜਾਤ ਵਾਲਾ। ਮਹਾਰਾਜ ਦੀ ਬਾਣੀ ਦਾ ਇੱਕ ਬਚਨ ਹੈ, ਮਹਾਰਾਜ ਕਹਿੰਦੇ ਜਿਹੜਾ ਮਨੁੱਖ ਹੈ ਨਾ, ਮਨੁੱਖ ਨਿੱਕੀਆਂ ਨਿੱਕੀਆਂ ਗੱਲਾਂ ਦਾ ਹੰਕਾਰ ਕਰਦਾ। ਪਾਤਸ਼ਾਹ ਦੀ ਬਾਣੀ ਦਾ ਬਚਨ ਹੈ, ਮਹਾਰਾਜ ਕਹਿੰਦੇ ਹਉ ਸੂਰਾ, ਹਉ ਸੂਰਾ ਪ੍ਰਧਾਨ ਹਉ ਕੋ ਨਾਈ ਮੁਝੇ ਸਮਾਨੀ, ਜੋਬਨਵੰਤ ਅਚਾਰ ਕੁਲੀਨਾ ਮਨ ਮੈਂ ਹੋਏ ਗੁਮਾਨੀ। ਮਹਾਰਾਜ ਦੀ ਬਾਣੀ ਕਹਿੰਦੀ ਹੈ ਬੰਦਾ ਨਿੱਕੀਆਂ ਨਿੱਕੀਆਂ ਗੱਲਾਂ ਦਾ ਹੰਕਾਰ ਕਰਦਾ, ਕਹਿੰਦਾ ਮੈਂ ਸੂਰਮਾ ਆ, ਮੈਂ ਪ੍ਰਧਾਨ ਆ। ਹਉ ਸੂਰਾ ਪ੍ਰਧਾਨ ਹੋ ਕੋ ਨਾਈ ਮੁਝੇ ਸਮਾਨੀ, ਮੇਰੇ ਵਰਗਾ ਕੌਣ ਇਸ ਸੰਸਾਰ ਤੇ, ਮੇਰੇ ਵਰਗਾ ਕੋਈ ਨਹੀਂ। ਹਉ ਸੂਰਾ ਪ੍ਰਧਾਨ ਹੋ ਕੋ ਨਾਈ ਮੁਝੇ ਸਮਾਨੀ, ਜੋਬਨਵੰਤ, ਜੋਬਨਵੰਤ ਮੈਂ ਬੜਾ ਜੋਬਨ ਵਾਲਾ ਆ, ਅਚਾਰ ਕੁਲੀਨਾ ਮੇਰਾ ਤੇ ਕਰੈਕਟਰ ਬੜਾ ਵਧੀਆ, ਮੇਰਾ ਤੇ ਕਿਰਦਾਰ ਬੜਾ ਵਧੀਆ, ਮੈਂ ਤੇ ਬਹੁਤ ਚੰਗਾ ਆ। ਜੋਬਨਵੰਤ ਉਚਾਰ ਕੁਲੀਨਾ ਮਨ ਮੈਂ ਹੋਏ ਗੁਮਾਨੀ। ਮਹਾਰਾਜ ਕਹਿੰਦੇ ਇਹਨਾਂ ਨਿੱਕੀਆਂ ਨਿੱਕੀਆਂ ਗੱਲਾਂ ਦਾ ਬੰਦਾ ਹੰਕਾਰ ਕਰਦਾ। ਹੁਣ ਧਿਆਨ ਦੇਣਾ ਸਾਧ ਸੰਗਤ, ਸਾਨੂੰ ਸਾਰਿਆਂ ਨੂੰ ਪਤਾ ਸੀ ਦੁਨੀਆ ਤੋਂ ਚਲੇ ਜਾਣਾ, ਇੱਕ ਦਿਨ ਮਰ ਜਾਣਾ। ਮਹਾਰਾਜ ਦੀ ਬਾਣੀ ਕਹਿੰਦੀ ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ। ਸਾਨੂੰ ਪਤਾ ਸੀ ਇਸ ਸੰਸਾਰ ਤੋਂ ਚਲੇ ਜਾਣਾ, ਅਸੀਂ ਤਾਂ ਵੀ ਨਿੱਕੀਆਂ ਨਿੱਕੀਆਂ ਗੱਲਾਂ ਦਾ ਹੰਕਾਰ ਕਰਦੇ ਆ, ਤਾਂ ਵੀ ਨਿੱਕੀਆਂ ਨਿੱਕੀਆਂ ਗੱਲਾਂ ਦਾ ਹੰਕਾਰ ਕਰਦੇ ਆ। ਭਾਗਾਂ ਵਾਲਿਓ, ਜਿਸ ਹਰਨਾਕਸ਼ ਨੂੰ 16 ਵਾਰ ਮਿਲ ਗਏ, ਉਹਨੂੰ ਪਤਾ ਲੱਗ ਗਿਆ ਵੀ ਮੈਂ ਤੇ ਹੁਣ ਮਰਨਾ ਹੀ ਨਹੀਂ, ਮੈਂ ਤੇ ਜਿਉਂਦੇ ਜੀ ਮੁਕਤ ਹੋ ਗਿਆ, ਮੈਨੂੰ ਹੁਣ ਕੋਈ ਮਾਰ ਨਹੀਂ ਸਕਦਾ। ਤੇ ਭਾਗਾਂ ਵਾਲਿਓ, ਸੁਭਾਵਕ ਸੀ ਉਹਦੇ ਅੰਦਰ ਹੰਕਾਰ ਆਉਣਾ, ਸੁਭਾਵਕ ਸੀ ਉਹਦੇ ਅੰਦਰ ਹੰਕਾਰ। ਸਾਨੂੰ ਪਤਾ ਅਸੀਂ ਮਰ ਜਾਣਾ, ਅਸੀਂ ਤਾਂ ਵੀ ਹੰਕਾਰ ਕਰਦੇ ਹਾਂ, ਅਸੀਂ ਤਾਂ ਵੀ ਹੰਕਾਰ ਕਰਦੇ ਹਾਂ। ਇੱਕ ਬੇਨਤੀ ਕਰਾਂ ਜੀ, ਆ ਮੈਂ ਬਚਨ ਬਾਅਦ ਵਿੱਚ ਸਾਂਝੇ ਕਰਾਂਗਾ। ਇੱਕ ਬੇਨਤੀ ਮੈਂ ਕਰਨ ਲੱਗਾ ਛੋਟੀ ਜੀ, ਭਾਗਾਂ ਵਾਲਿਓ, ਕਿਸੇ ਗੱਲ ਦਾ ਹੰਕਾਰ ਨਾ ਕਰੋ, ਕਿਸੇ ਗੱਲ ਦਾ ਹੰਕਾਰ ਨਾ ਕਰੋ। ਮੈਂ ਬੇਨਤੀ ਕਰਾਂ, ਜਿਸ ਬੰਦੇ ਅੰਦਰ ਹਉਮੈ ਹੈ ਨਾ, ਜਿਸ ਬੰਦੇ ਅੰਦਰ ਹੰਕਾਰ ਹੈ, ਉਹ ਕਦੀ ਨਹੀਂ ਰੱਬ ਨੂੰ ਪਾ ਸਕਦਾ, ਉਹਨੂੰ ਕਦੀ ਰੱਬ ਦੀ ਪ੍ਰਾਪਤੀ ਨਹੀਂ ਜੇ ਹੋਣੀ। ਜਿਸ ਬੰਦੇ ਅੰਦਰ ਹਉਮੈ ਹੈ, ਜਿਸ ਬੰਦੇ ਅੰਦਰ ਹੰਕਾਰ ਹੈ, ਕਿਉਂਕਿ ਮਹਾਰਾਜ ਦੀ ਬਾਣੀ ਕਹਿੰਦੀ ਹਉਮੈ ਨਾਮੈ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਠਾਏ। ਭਾਗਾਂ ਵਾਲਿਓ, ਜਿੱਥੇ ਹੰਕਾਰ ਹੈ, ਹਉਮੈ ਹੈ, ਮੈਂ ਮੇਰੀ ਹੈ, ਉੱਥੇ ਰੱਬ ਨਹੀਂ, ਤੇ ਜਿੱਥੇ ਰੱਬ ਹੈ ਉੱਥੇ ਹਉਮੈ ਨਹੀਂ, ਉੱਥੇ ਹੰਕਾਰ ਨਹੀਂ। ਜਿਹਨੂੰ ਭਗਤ ਰਵਿਦਾਸ ਜੀ ਕਹਿੰਦੇ ਜਬ ਹਮ ਹੋਤੇ ਅਬ ਤੂੰ ਨਾਹੀ, जब हम होते तब तू नाही, अब तू ही मैं नाही, अनल अगम जैसे लहर में उदत जल केवल जल माही। भगत रविदास जी कहते जदों हौमे सी उदों रब नहीं सी, उदों रब नहीं सी, अज रब आ गया ते हौमे खत्म हो गए, हंकार खत्म हो गया। एक बेनती होर कर लगा, पीर बुद्धू शाह पौंटा साहब की धरती ते गुरु गोबिंद सिंह महाराज नूं मिलण वास्ते गया। ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਮਿਲਣ ਵਾਸਤੇ ਗਿਆ ਨਾ, ਤੇ ਮਹਾਰਾਜ ਦੇ ਚਰਨਾਂ ਦੇ ਵਿੱਚ ਮੱਥਾ ਟੇਕਿਆ,
ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਦੇ ਵਿੱਚ ਮੱਥਾ ਟੇਕਿਆ ਤੇ ਪਹਿਲਾ ਬਚਨ ਪੀਰ ਜੀ ਨੇ ਪਤਾ ਗੁਰੂ ਗੋਬਿੰਦ ਸਿੰਘ ਨੂੰ ਕੀ ਕਿਹਾ? ਪਹਿਲਾ ਬਚਨ ਪੀਰ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਹਿੰਦੇ ਨੇ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, रूह और परमात्मा का मेल कैसे, रूह और परमात्मा का मेल कैसे। पीर बुद्धू शाह गुरु गोबिंद सिंह नूं कहंदा रूह और परमात्मा का मेल कैसे। ते कलगीधर पता की जवाब दिंदे? कलगीधर पातशाह महाराज कहंदे दिन और रात का जैसे, दिन और रात का जैसे। पीर गुरु गोबिंद सिंह साहब नूं कह रहा भी रूह और परमात्मा का मेल कैसे, भी बंदा रब नूं किद्दां मिल सकदा? ते गुरु गोबिंद सिंह महाराज कहंदे दिन और रात का जैसे। ते पीर बुद्धू शाह हैरान हो गया, महाराज ये किद्दां दी गल कर रहे हो? मैं तुहानूं पुछ रहा रूह और परमात्मा का मेल कैसे, भी बंदा रब नूं किद्दां मिल सकदा? ते महाराज तुसीं कह रहे हो दिन और रात का जैसे। महाराज दिन ते रात मिलदे ही नहीं, दिन ते रात मिलते ही नहीं। जे रात है दिन नहीं, ते जे दिन है ते फिर रात नहीं। गुरु गोबिंद सिंह महाराज कहते बस पीर जी इसे तरह जिथे हंकार है उथे निरंकार नहीं, जिथे निरंकार है उथे हंकार नहीं। कलगीधर पातशाह महाराज ने पीर जी नूं क्या की क्या? हर के खिदमत करत ओ मखदूम शुद्ध, हर के शुद्ध रादीद ओ महरूम शुद्ध। पीर जी जे हौमे हंकार नूं छड्ड के, मैं मेरी नूं छड्ड के रब दी भगती करोगे, सेवा करोगे, उस रब दी प्राप्ति जरूर होवेगी, उस परमात्मा दी प्राप्ति जरूर होवेगी। भागां वाले एक विद्वान पता की कहंदा? विद्वान कहंदा मैं मेरी ने मैनू जुदा रखिया, मैं मेरी ने मैनू जुदा रखिया, मैनू बंदा ते तेनू खुदा रखिया। भागां वालिओ रब नालों उन्ना चिर वाख्या जिन्ना चिर हौमे है। जिदण हौमे खत्म हो गई, महाराज दी बाणी कहंदी राम कबीरा एक भय है, कोई ना सकै पछानी। हर जन हर अंतर नहीं। गुरु तेग बहादुर साहब श्लोक पढ़दे आपां भोग दे, गुरु तेग बहादुर साहब कहंदे हर जन हर अंतर नहीं, नानक साची जान। गुरु तेग बहादुर साहब कहते एक सच्ची गल दसा, जदों सिख अपने अंदरों हौमे नूं खत्म कर दिंदा, हंकार नूं खत्म कर दिंदा, फिर सिख दे विच ते गुरु दे विच कोई फर्क नहीं रह जाता, कोई फर्क नहीं रह जाता। हुण ध्यान देना साध संगत, हरनाक्ष नूं हंकार हो गया, सुभावक उहनूं हंकार होना सी क्योंकि मौत ते फतेह पा लई। असीं सारिआं ने जाना, असीं तां वी हंकार करदे आ। हुण भागां वालिओ हरनाक्ष नूं हंकार हो गया, उन्हें अपने आप नूं रब कहना शुरू कर दिता, उन्हें अपने आप नूं रब कहना शुरू कर दिता। हरनाक्ष कहंदा किसी ने अल्लाह नहीं कहना, किसी ने गॉड नहीं कहना, किसी ने वाहिगुरू नहीं कहना, किसी ने राम नहीं कहना। की कहना है? जले हरनाक्ष, थले हरनाक्ष, इहां हरनाक्ष, उहां हरनाक्ष। मैं रब आ, मैं मेरा नाम जपना, मैनू रब मनना, मैनू रब मनना। ते भागां वालिओ सारिਆਂ ने हरनाक्ष नूं रब मन्निया, सारिਆਂ ने हरनाक्ष नूं रब मन्निया। करनी करतार दी हरनाक्ष दे घर एक पुत्र पैदा होया। भाई गुरदास जी कहंदे घर हरनाक्ष दैंत दे कल्लर कवल भगत प्रहलाद। वो पुत्र कौन है? वो पुत्र है भगत प्रहलाद। सारिਆਂ ने हरनाक्ष नूं रब मन्निया, सारे हरनाक्ष नूं रब मानदे ने, पर भागां वालिओ इक्को एक प्रहलाद है, इक्को एक प्रहलाद जिन्ने अपने पिता हरनाक्ष नूं रब नहीं मन्निया, जिन्ने अपने प्यो नूं रब नहीं मन्निया। प्रहलाद कहंदा मेरा रब ओ आ जिन्ने तेनू पैदा कीता, मैं उस रब नूं मनदा, मैं उस रब दा नाम जपदा जिन्ने तेनू बनाया, जिन्ने तेनू पैदा कीता। ते मैं बेनती करां साध संगत, हरनाक्ष ने प्रहलाद नूं अपने पुत्र नूं अपना नाम जपाउण वास्ते दो टीचरां दी ड्यूटी लाई। और दो टीचर किहड़े सी? एक संडा ते एक अमरक। अपने पुत्र नूं इन्हां दो टीचरां दे कोल भेजिया, इन्हां नूं टीचरां दे कोल भेजिया ते टीचरां दी बकायदा ड्यूटी लाई कि मेरे पुत नूं मेरा नाम जपाउणा सिखाओ। मेरे पुत नूं कहो भी तेरा पिता ही रब आ, तेरा पिता ही परमात्मा आ, ओहदा नाम जपिया कर, होर कोई रब नहीं, होर कोई परमात्मा नहीं। हुण ध्यान देना साध संगत,
ਜਦੋਂ ਪ੍ਰਹਿਲਾਦ ਸਕੂਲ ਦੇ ਵਿੱਚ ਗਿਆ, ਉਹਨਾਂ ਅਧਿਆਪਕਾਂ ਦੇ ਕੋਲ ਗਿਆ ਤੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣੀ ਬਾਣੀ ਦੇ ਵਿੱਚ ਲਿਖਿਆ। ਇਹ ਸਾਰਾ ਸ਼ਬਦ ਮੈਂ ਤੁਹਾਡੇ ਨਾਲ ਸਾਂਝਾ ਕਰਨ ਲੱਗਾ, ਨਾਲ ਇਸ ਸ਼ਬਦ ਦੇ ਮੈਂ ਅਰਥ ਕਰਾਂਗਾ। ਧਿਆਨ ਨਾਲ ਸਰਵਣ ਕਰਿਓ। ਪ੍ਰਹਿਲਾਦ ਸਕੂਲ ਦੇ ਵਿੱਚ ਪੜ੍ਹਨ ਵਾਸਤੇ ਗਿਆ ਤੇ ਕੀ ਕਹਿੰਦਾ ਹੈ ਪ੍ਰਹਿਲਾਦ ਆਪਣੇ ਅਧਿਆਪਕਾਂ ਨੂੰ? ਪ੍ਰਹਿਲਾਦ ਕਹਿੰਦਾ ਹੈ, ਮੇਰੀ ਪਟੀਆ ਲਿਖੋ ਹਰ ਗੋਬਿੰਦ ਗੋਪਾਲਾ। ਪ੍ਰਹਿਲਾਦ ਕਹਿੰਦਾ ਆਪਣੇ ਟੀਚਰਾਂ ਨੂੰ ਵੀ ਆਹ ਜਿਹੜੀ ਮੇਰੀ ਫੱਟੀ ਹੈ ਨਾ, ਇਹਦੇ ਉੱਤੇ ਰੱਬ ਦਾ ਨਾਮ ਲਿਖੋ, ਇਹਦੇ ਉੱਤੇ ਪਰਮਾਤਮਾ ਦਾ ਨਾਮ ਲਿਖੋ, ਪਰਮੇਸ਼ਰ ਦਾ ਨਾਮ ਲਿਖੋ। ਮੇਰੀ ਪਟੀਆ ਲਿਖੋ ਗੋਬਿੰਦ ਗੋਪਾਲਾ, ਦੂਜੇ ਭਾਏ ਫਾਥੇ ਜਮ ਜਾਲਾ। ਪ੍ਰਹਿਲਾਦ ਕਹਿੰਦਾ ਜਿਹੜਾ ਇੱਕ ਰੱਬ ਨੂੰ ਛੱਡ ਕੇ, ਜਿਹੜਾ ਇੱਕ ਰੱਬ ਨੂੰ ਛੱਡ ਕੇ ਥਾਂ ਥਾਂ ਤੇ ਭਟਕਦਾ, ਥਾਂ ਥਾਂ ਤੇ ਮੱਥੇ ਟੇਕਦਾ, ਉਹਨੂੰ ਸਾਰੀ ਜ਼ਿੰਦਗੀ ਦੁੱਖ ਭੋਗਣੇ ਪੈਂਦੇ, ਸਾਰੀ ਜ਼ਿੰਦਗੀ ਦੁੱਖ। ਭਾਗਾ ਵਾਲਿਓ, ਮੈਂ ਬੇਨਤੀ ਕਰਾਂ, ਸਾਡੇ ਗੁਰੂ ਸਾਹਿਬ ਨੇ ਸਾਨੂੰ ਇੱਕ ਰੱਬ ਦੇ ਪੁਜਾਰੀ ਬਣਾਇਆ। ਆਪਾਂ ਬਾਣੀ ਪੜ੍ਹਦੇ ਹਾਂ ਜੀ, ਏਕੋ ਹੈ ਭਾਈ ਏਕੋ ਹੈ, ਸਾਹਿਬ ਮੇਰਾ ਏਕੋ ਹੈ। ਕਲਗੀਧਰ ਦੇ ਬਚਨ ਪੜ੍ਹਦੇ ਹਾਂ, ਕਲਗੀਧਰ ਕਹਿੰਦੇ ਜਾਗਤ ਜੋਤ ਜਪੈ ਨਿਸਬਾਸੁਰ, ਏਕ ਬਿਨਾ ਮਨ ਨੈਕ ਨ ਆਨੈ, ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੌਰ ਮੜੀ, ਮਟ ਭੂਲਣਾ ਮਨ। ਸਿੱਖਾ ਕੇਵਲ ਤੇ ਕੇਵਲ ਰੱਬ ਦੀ ਭਗਤੀ ਕਰਨੀ ਹੈ, ਗੁਰੂ ਗ੍ਰੰਥ ਸਾਹਿਬ ਦੀ ਭਗਤੀ ਕਰਨੀ ਹੈ। ਰੱਬ ਤੋਂ ਬਿਨਾ, ਗੁਰੂ ਤੋਂ ਬਿਨਾ ਹੋਰ ਕਿਸੇ ਦੀ ਭਗਤੀ ਨਹੀਂ ਕਰਨੀ, ਹੋਰ ਕਿਸੇ ਅੱਗੇ ਮੱਥਾ ਨਹੀਂ ਟੇਕਣਾ, ਹੋਰ ਕਿਸੇ ਅੱਗੇ ਝੋਲੀ ਨਹੀਂ ਜਾ ਕੇ ਅੱਡਣੀ, ਹੋਰ ਕਿਸੇ ਅੱਗੇ ਅਰਦਾਸਾਂ ਬੇਨਤੀਆਂ ਨਹੀਂ ਕਰਨੀਆਂ। ਇੱਕ ਬਾਣੀ 'ਚ ਬਚਨ ਆਉਂਦਾ ਮਹਾਰਾਜ ਦਾ, ਮਹਾਰਾਜ ਕਹਿੰਦੇ ਇੱਕੋ ਦਾਤਾ ਸੇਵੀਐ ਹਰ ਇੱਕ ਧਿਆਈਐ, ਇੱਕੋ ਦਾਤਾ ਮੰਗੀਐ ਮਨ ਚਿੰਦਿਆ ਪਾਈਐ, ਜੇ ਦੂਜੇ ਪਾਸੋਂ ਮੰਗੀਐ ਤਾਂ ਲਾਜ ਮਰਾਈਐ। ਮਹਾਰਾਜ ਕਹਿੰਦੇ ਜੇ ਝੋਲੀ ਅੱਡਣੀ ਹੈ ਕੇਵਲ ਗੁਰੂ ਗ੍ਰੰਥ ਸਾਹਿਬ ਦੇ ਅੱਗੇ। ਸਿੱਖਾ ਜੇ ਤੂੰ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਕਿਸੇ ਹੋਰ ਅੱਗੇ ਜਾ ਕੇ ਮੱਥਾ ਟੇਕੇ ਅਰਦਾਸ ਕਰੇ, ਝੋਲੀ ਅੱਡੇ, ਉਸ ਦਿਨ ਸ਼ਰਮ ਦੇ ਨਾਲ ਮਰ ਜਾਈ। ਜਿਸ ਦਿਨ ਤੂੰ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਕਿਸੇ ਹੋਰ ਦੇ ਅੱਗੇ ਜਾ ਕੇ ਮੱਥਾ ਟੇਕੇ ਅਰਦਾਸ ਕਰੇ, ਝੋਲੀ ਅੱਡੇ, ਉਸ ਦਿਨ ਸ਼ਰਮ ਦੇ ਨਾਲ ਮਰ ਜਾਈ। ਇਹ ਬਾਣੀ ਦਾ ਵਚਨ ਹੈ, ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ। ਤੇ ਬਾਬਾ ਕਬੀਰ ਸਾਹਿਬ ਪਤਾ ਕੀ ਕਹਿੰਦੇ? ਬਾਬਾ ਕਬੀਰ ਸਾਹਿਬ ਕਹਿੰਦੇ ਜਿਹੜਾ ਇੱਕ ਦੀ ਭਗਤੀ ਕਰਦਾ ਉਹ ਸੁਖੀ ਰਹਿੰਦਾ, ਜਿਹੜਾ ਥਾਂ ਥਾਂ ਤੇ ਭਟਕਦਾ ਉਹਨੂੰ ਦੁੱਖ ਭੋਗਣੇ ਪੈਂਦੇ ਆ। ਕਬੀਰ ਸੂਖ ਨਾ ਇਹ ਜੁਗ ਕਰੇ ਜੋ ਬਹੁਤੇ ਮੀਤ, ਜੋ ਚਿਤ ਰਾਖੇ ਏਕ ਸਿਉ ਤੇ ਸੁਖ ਪਾਵੇ ਨੀਤ। ਬਾਣੀ ਦਾ ਵਚਨ ਹੈ। ਬਾਰੇ ਕਹਿੰਦੇ ਜਿਹੜੇ ਇੱਕ ਨੂੰ ਮੰਨਦੇ ਨੇ ਸਦਾ ਸੁਖੀ ਰਹਿੰਦੇ ਨੇ, ਜਿਹੜੇ ਇੱਕ ਤੋਂ ਛੱਡ ਕੇ ਥਾਂ ਥਾਂ ਤੇ ਭਟਕਦੇ ਨੇ ਉਹਨਾਂ ਨੂੰ ਦੁੱਖ ਭੋਗਣੇ ਪੈਂਦੇ। ਤਾਈਓ ਬਾਬਾ ਜੀ ਨੇ ਬਾਣੀ 'ਚ ਕਿਹਾ ਏਕੋ ਜਪ ਏਕੋ ਸਲਾਹੇ, ਏਕ ਸਿਮਰ ਏਕੋ ਮਨ ਆਹੇ, ਏਕਸ ਕੇ ਗੁਣ ਗਾਓ ਅਨੰਤ, ਮਨ ਤਨ ਜਾਪ ਏਕ ਭਗਵੰਤ। ਹੁਣ ਧਿਆਨ ਦੇਣਾ ਜੀ, ਪ੍ਰਹਿਲਾਦ ਕਹਿੰਦਾ ਮੇਰੀ ਪਟੀਆ ਲਿਖੋ ਹਰ ਗੋਬਿੰਦ ਗੋਪਾਲਾ, ਦੂਜੇ ਭਾਏ ਫਾਥੇ ਜਬ ਜਾਲਾ, ਸਤਿਗੁਰ ਕਰੇ ਮੇਰੀ ਪ੍ਰਤਪਾਲਾ, ਹਰ ਸੁਖ ਦਾਤਾ ਮੇਰੇ ਨਾਲਾ। ਗੁਰ ਉਪਦੇਸ਼ ਪ੍ਰਹਿਲਾਦ ਹਰ ਉਚਰੈ, ਸਾਸਨਾ ਤੇ ਬਾਲਕ ਗਮ ਨਾ ਕਰੇ, ਮਾਤਾ ਉਪਦੇਸ਼ੇ ਪ੍ਰਹਿਲਾਦ ਪਿਆਰੇ। ਪ੍ਰਹਿਲਾਦ ਦੀ ਮਾਂ ਪਤਾ ਕੀ ਕਹਿੰਦੀ ਹੈ? ਕਹਿੰਦੀ ਨਾ ਕਰ ਰੱਬ ਦੀ ਭਗਤੀ, ਨਾ ਕਰ ਪਰਮਾਤਮਾ ਦੀ ਭਗਤੀ, ਆਪਣੇ ਪਿਓ ਦਾ ਨਾਮ ਜਪਿਆ ਕਰ, ਆਪਣੇ ਪਿਓ ਨੂੰ ਰੱਬ ਮੰਨ, ਆਪਣੇ ਪਿਤਾ ਨੂੰ ਰੱਬ ਮੰਨ ਪੁੱਤਰਾ, ਨਹੀਂ ਤੇ ਇਹਨਾਂ ਨੇ ਤੈਨੂੰ ਮਾਰ ਦੇਣਾ ਹੀ, ਖਤਮ ਕਰ ਦੇਣਾ ਹੀ। ਮੈਨੂੰ ਬੜਾ ਡਰ ਲੱਗਦਾ ਈ, ਬੜਾ ਡਰ ਲੱਗਦਾ ਈ। ਛੱਡ ਦੇ ਰੱਬ ਦੀ ਭਗਤੀ ਕਰਨੀ, ਪਰਮਾਤਮਾ ਦੀ ਭਗਤੀ ਕਰਨੀ। ਤੇ ਪ੍ਰਹਿਲਾਦ ਕੀ ਕਹਿੰਦਾ ਏ? ਮਾਤਾ ਉਪਦੇਸ਼ੇ ਪ੍ਰਹਿਲਾਦ ਪਿਆਰੇ, ਪੁੱਤਰ ਰਾਮ ਨਾਮ ਛੋਡੋ ਜੀਓ ਲਿਹੋ ਉਬਾਰੇ। ਤੇ ਪ੍ਰਹਿਲਾਦ ਕੀ ਕਹਿੰਦਾ ਹੈ? ਪ੍ਰਹਿਲਾਦ ਕਹੇ ਸੁਣੋ ਮੇਰੀ ਮਾਏ, ਰਾਮ ਨਾਮ ਨਾ ਛੋਡਾ ਗੁਰਦੀਆ ਬਜਾਏ। ਮਾਂ ਮੈਂ ਸਾਰਾ ਕੁਝ ਛੱਡ ਸਕਦਾ ਪਰ ਰੱਬ ਦੀ ਭਗਤੀ ਨਹੀਂ ਛੱਡ ਸਕਦਾ, ਪਰਮਾਤਮਾ ਦੀ ਭਗਤੀ ਨਹੀਂ ਛੱਡ ਸਕਦਾ। ਮਾਤਾ ਉਪਦੇਸੈ ਪ੍ਰਹਿਲਾਦ ਪਿਆਰੇ, ਪੁੱਤਰ ਰਾਮ ਨਾਮ ਛੋਡੋ ਜੀਓ ਲਿਹੋ ਉਬਾਰੇ। ਪ੍ਰਹਿਲਾਦ ਕਹੇ ਸੁਣੋ ਮੇਰੀ ਮਾਏ, ਰਾਮ ਨਾਮ ਨਾ ਛੋਡਾ ਗੁਰਦੀਆ ਬੁਝਾਏ। ਵੀ ਮੈਂ ਰੱਬ ਦੀ ਭਗਤੀ ਕਰਨੀ ਨਹੀਂ ਛੱਡ ਸਕਦਾ। ਤੇ ਕੀ ਹੋਇਆ? ਸੰਡਾ ਮਰਗਾ ਜਾਏ ਪੁਕਾਰੇ, ਪ੍ਰਹਿਲਾਦ ਆਪ ਵਿਗੜਿਆ ਸਭ ਚਾਟੜੇ ਵਿਗਾੜੇ, ਦੁਸ਼ਟ ਸਭਾ ਮੇ ਮੰਤਰ ਪਕਾਇਆ। ਹੁਣ ਉਹਨਾਂ ਦੋਵਾਂ ਅਧਿਆਪਕਾਂ ਨੇ ਤੇ ਹਰਨਾਕਸ਼ ਨੇ ਸਲਾਹ ਕੀਤੀ। ਸਲਾਹ ਕੀ ਕੀਤੀ? ਪਹਿਲਾਂ ਪ੍ਰਹਿਲਾਦ ਨੂੰ ਡਰਾਇਆ ਜਾਵੇ, ਜੇ ਤੇ ਡਰ ਜਾਵੇ ਠੀਕ ਆ, ਨਹੀਂ ਡਰਦਾ ਤੇ ਇਹਨੂੰ ਮਾਰ ਦਿਓ, ਇਹਨੂੰ ਖਤਮ ਕਰ ਦਿਓ। ਹੁਣ ਡਰਾਉਣ ਵਾਸਤੇ ਕੀ ਕੀਤਾ? ਕਹਿੰਦੇ ਪ੍ਰਹਿਲਾਦ ਕੋਠੇ ਵਿੱਚ ਰੱਖਿਆ ਬਾਰ ਦੀਆ ਤਾਲਾ,
ਨਿਰਭਉ ਬਾਲਕ ਮੂਲ ਨਾ ਡਰਈ, ਮੇਰੇ ਅੰਤਰ ਗੁਰ ਗੋਪਾਲਾ। ਪ੍ਰਹਿਲਾਦ ਨੂੰ ਡਰਾਉਣ ਵਾਸਤੇ ਹਰਨਾਕਸ਼ ਨੇ ਆਪਣਾ ਨਾਮ ਜਪਾਉਣ ਵਾਸਤੇ ਉਹਨੂੰ ਇੱਕ ਕਾਲ ਕੋਠੜੀ ਦੇ ਵਿੱਚ ਬੰਦ ਕਰ ਦਿੱਤਾ। ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਕਈ ਦਿਨ ਬੰਦ ਰੱਖਿਆ ਗਿਆ ਜੀ, ਕਈ ਦਿਨ। ਹਰਨਾਕਸ਼ ਤੇ ਉਹ ਦੋਵੇਂ ਟੀਚਰ ਸੋਚਦੇ ਨੇ ਪ੍ਰਹਿਲਾਦ ਡਰ ਗਿਆ ਹੋਵੇਗਾ, ਇਹ ਈਣ ਮੰਨ ਜਾਵੇਗਾ। ਤੇ ਸੱਚ ਜਾਣਿਓ, ਜਿਸ ਦਿਨ ਪ੍ਰਹਿਲਾਦ ਨੂੰ ਕਾਲ ਕੋਠੜੀ ਦੇ ਵਿੱਚੋਂ ਬਾਹਰ ਕੱਢਿਆ, ਭਾਗਾ ਵਾਲਿਓ ਪ੍ਰਹਿਲਾਦ ਨੂੰ ਕੋਈ ਡਰ ਨਹੀਂ, ਪ੍ਰਹਿਲਾਦ ਨੂੰ ਕੋਈ ਡਰ ਨਹੀਂ। ਰਹਿ ਰਾਸ ਦੀ ਬਾਣੀ ਦਾ ਪਾਠ ਕਰਦੇ ਆ ਜੀ, ਕਰਦੇ ਆ ਜੀ ਰਹਿ ਰਾਸ ਦੀ ਬਾਣੀ ਦਾ ਪਾਠ। ਮੈਂ ਬੇਨਤੀ ਕਰਾਂ ਜੀ, ਜਿਹੜੇ ਕਰਦੇ ਨੇ ਭਾਗਾਂ ਵਾਲੇ ਨੇ, ਜਿਹੜੇ ਸਵੇਰੇ ਜਪਜੀ ਸਾਹਿਬ ਕਰਦੇ ਨੇ, ਸ਼ਾਮ ਨੂੰ ਰਹਿ ਰਾਸ ਕਰਦੇ ਨੇ, ਸੌਣ ਤੋਂ ਪਹਿਲਾਂ ਸੋਹਿਲਾ ਸਾਹਿਬ ਕਰਦੇ ਨੇ, ਭਾਗਾਂ ਵਾਲੇ ਨੇ। ਪਰ ਜਿਹੜੇ ਨਹੀਂ ਨਾ ਕਰਦੇ, ਉਹਨਾਂ ਦੇ ਚਰਨਾਂ ਵਿੱਚ ਮੇਰੀ ਬੇਨਤੀ ਹੈ, ਆ ਸਮਾਗਮ ਕਰਵਾਇਆ ਸਫਲਾ ਹੋ ਜਾਵੇਗਾ। ਅੱਜ ਵਾਅਦਾ ਕਰਕੇ ਜਾਇਓ ਗੁਰੂ ਗ੍ਰੰਥ ਸਾਹਿਬ ਦੇ ਨਾਲ, ਮਹਾਰਾਜ ਕੱਲ ਤੋਂ ਅੰਮ੍ਰਿਤ ਵੇਲੇ ਉੱਠਾਂਗੇ, ਨਿਤਨੇਮ ਕਰਾਂਗੇ, ਸ਼ਾਮ ਨੂੰ ਰਹਿ ਰਾਸ ਦਾ ਪਾਠ ਕਰਾਂਗੇ, ਸੌਣ ਤੋਂ ਪਹਿਲਾਂ ਸੋਹਿਲਾ ਸਾਹਿਬ ਦਾ ਪਾਠ ਜ਼ਰੂਰ ਕਰਾਂਗੇ, ਜ਼ਰੂਰ ਕਰਾਂਗੇ। ਭਾਗਾਂ ਵਾਲਿਓ, ਮੈਨੂੰ ਭਾਈ ਨੰਦ ਲਾਲ ਜੀ ਦਾ ਇੱਕ ਬਚਨ ਯਾਦ ਆ ਗਿਆ, ਤੁਹਾਡੇ ਨਾਲ ਜ਼ਰੂਰ ਸਾਂਝਾ ਕਰਾਂਗਾ। ਭਾਈ ਨੰਦ ਲਾਲ ਜੀ ਕਹਿੰਦੇ, ਠੰਡੇ ਪਾਣੀ ਨਹੀਂ ਨਹਾਵੇ, ਬਿਨਾ ਜਪ ਪੜੇ ਜੋ ਖਾਵੇ, ਸੰਧਿਆ ਸਮੇਂ ਰਹਿਰਾਸ ਜੋ ਖੋਵੇ, ਕੀਰਤਨ ਪੜੇ ਬਿਨ ਰਹਿਣ ਜੋ ਸੋਵੇ, ਚੁਗਲੀ ਕਰ ਜੋ ਕਰਜ ਬਿਗਾਰੈ, ਧ੍ਰਿਗ ਤਿਸ ਜਨਮ ਜੋ ਧਰਮ ਵਿਸਾਰੈ। ਜਿਹੜਾ ਸਵੇਰੇ ਉੱਠ ਕੇ ਜਪਜੀ ਸਾਹਿਬ ਦਾ ਪਾਠ ਨਹੀਂ ਕਰਦਾ, ਸ਼ਾਮਾਂ ਨੂੰ ਰਹਿ ਰਾਸ ਦਾ ਪਾਠ ਨਹੀਂ ਕਰਦਾ, ਸੌਣ ਤੋਂ ਪਹਿਲਾਂ ਸੋਹਿਲਾ ਸਾਹਿਬ ਦਾ ਪਾਠ ਨਹੀਂ ਕਰਦਾ, ਪਤਾ ਭਾਈ ਨੰਦ ਲਾਲ ਜੀ ਕੀ ਕਹਿੰਦੇ? ਭਾਈ ਨੰਦ ਲਾਲ ਜੀ ਕਹਿੰਦੇ ਉਹਦਾ ਜੀਵਨ ਧ੍ਰਿਗ ਹੈ, ਉਹਦਾ ਜੀਵਨ ਧ੍ਰਿਗ, ਉਹਦਾ ਜੀਵਨ ਧ੍ਰਿਗ ਹੈ। ਭਾਗਾਂ ਵਾਲਿਓ, ਤੁਹਾਡੇ ਚੋਂ ਜਿਹੜੇ ਬਾਣੀ ਪੜ੍ਹਨ ਵਾਲੇ ਬੈਠੇ ਨੇ ਨਾ, ਉਹਨਾਂ ਨੂੰ ਪਤਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਬਹੁਤ ਵਾਰੀ ਧ੍ਰਿਗ ਸ਼ਬਦ ਆਇਆ। ਕਿਸੇ ਬੰਦੇ ਨੂੰ 100 ਵਾਰ ਫਿੱਟੇ ਮੂੰਹ ਕਹਿਣਾ ਹੋਵੇ ਨਾ, 100 ਵਾਰ ਫਿੱਟੇ ਮੂੰਹ ਕਹਿਣਾ ਹੋਵੇ, ਤੇ ਮਹਾਰਾਜ ਨੇ ਬਾਣੀ 'ਚ ਇੱਕੋ ਹੀ ਸ਼ਬਦ ਵਰਤਿਆ, ਧ੍ਰਿਗ, ਇੱਕੋ ਹੀ ਸ਼ਬਦ ਵਰਤਿਆ, ਧ੍ਰਿਗ। ਤੇ ਭਾਗਾਂ ਵਾਲਿਓ, ਭਾਈ ਨੰਦ ਲਾਲ ਜੀ ਕਹਿੰਦੇ ਨੇ, ਜਿਹੜਾ ਸਵੇਰੇ ਉੱਠ ਕੇ ਜਪਜੀ ਸਾਹਿਬ ਦਾ ਪਾਠ ਨਹੀਂ ਕਰਦਾ, ਸ਼ਾਮ ਨੂੰ ਰਹਿਰਾਸ ਸਾਹਿਬ ਦਾ ਪਾਠ ਨਹੀਂ ਕਰਦਾ, ਸੌਣ ਤੋਂ ਪਹਿਲਾਂ ਸੋਹਿਲਾ ਸਾਹਿਬ ਦਾ ਪਾਠ ਨਹੀਂ ਕਰਦਾ, ਭਾਈ ਨੰਦ ਲਾਲ ਜੀ ਕਹਿੰਦੇ ਉਹਦਾ ਜੀਵਨ ਧ੍ਰਿਗ ਹੈ, ਧ੍ਰਿਗ, ਉਹਦਾ ਜੀਵਨ ਧਿਰਕਾਰ ਹੈ। ਮੈਂ ਬੇਨਤੀ ਕਰਾਂ ਭਾਗਾਂ ਵਾਲਿਓ, ਖੁਸ਼ੀ ਹੋਵੇ, ਗਮੀ ਹੋਵੇ, ਦੁੱਖ ਹੋਵੇ, ਸੁੱਖ ਹੋਵੇ, ਜੋ ਮਰਜ਼ੀ ਹੋ ਜਾਵੇ, ਪਰ ਕਦੀ ਵੀ ਨਿਤਨੇਮ ਦੇ ਵਿੱਚ ਨਾਗਾ ਨਹੀਂ ਪਾਉਣਾ, ਸ਼ਾਮ ਨੂੰ ਰਹਿਰਾਸ ਸਾਹਿਬ ਦੇ ਪਾਠ ਵਿੱਚ ਨਾਗਾ ਨਹੀਂ ਪਾਉਣਾ, ਸੌਣ ਤੋਂ ਪਹਿਲਾਂ ਸੋਹਿਲਾ ਸਾਹਿਬ ਦੇ ਪਾਠ ਵਿੱਚ ਨਾਗਾ ਨਹੀਂ ਪਾਉਣਾ। ਤੇ ਮੈਂ ਬੇਨਤੀ ਕਰਾਂ, ਪ੍ਰਹਿਲਾਦ ਡਰਿਆ ਨਹੀਂ। ਕਿਉਂ ਨਹੀਂ ਡਰਿਆ? ਆਪਾਂ ਰੋਜ਼ ਰਹਿਰਾਸ ਸਾਹਿਬ ਦੀ ਬਾਣੀ ਪੜ੍ਹਦੇ, ਮਹਾਰਾਜ ਕਹਿੰਦੇ, ਜਿਨ ਨਿਰਭਉ, ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਮਹਾਰਾਜ ਕਹਿੰਦੇ, ਜਿਹੜਾ ਰੱਬ ਦੀ ਭਗਤੀ ਕਰਦਾ, ਉਹ ਰੱਬ ਕੋਲੋਂ ਹੀ ਡਰਦਾ, ਹੋਰ ਉਹ ਕਿਸੇ ਕੋਲੋਂ ਨਹੀਂ ਡਰਦਾ, ਹੋਰ ਉਹ ਕਿਸੇ ਕੋਲੋਂ ਨਹੀਂ ਡਰਦਾ। ਮੈਂ ਬੇਨਤੀ ਕਰਾਂ, ਹਮੇਸ਼ਾ ਡਰਦਾ ਉਹ ਹੈ ਜਿਹੜਾ ਮਾੜੇ ਕੰਮ ਕਰਦਾ ਹੈ, ਜਿਹੜਾ ਮਾੜੇ ਕੰਮ ਕਰਦਾ ਹੈ। ਜਿਹੜਾ ਚੰਗੇ ਕੰਮ ਕਰਦਾ ਨਾ, ਚੰਗੇ ਕੰਮ, ਉਹਨੂੰ ਕੋਈ ਡਰ ਨਹੀਂ। ਭਾਗਾਂ ਵਾਲਿਓ, ਹਮੇਸ਼ਾ ਝੂਠਾ ਬੰਦਾ ਡਰਦਾ, ਝੂਠਾ ਬੰਦਾ। ਸੱਚਾ ਬੰਦਾ ਕਦੀ ਨਹੀਂ ਜੇ ਡਰਦਾ, ਸੱਚਾ ਬੰਦਾ ਕਦੀ ਨਹੀਂ ਜੇ ਡਰਦਾ। ਆਪਾਂ ਮਹਾਰਾਜ ਦੀ ਬਾਣੀ ਪੜ੍ਹਦੇ ਆ, ਮਹਾਰਾਜ ਕਹਿੰਦੇ, ਸੋ ਡਰੇ ਜੇ ਪਾਪ ਕਮਾਵਦਾ, ਧਰਮੀ ਵਿਗਸੇਤ। ਜਿਹੜਾ ਪਾਪ ਕਰਦਾ, ਮਾੜੇ ਕੰਮ ਕਰਦਾ, ਝੂਠ ਬੋਲਦਾ, ਉਹ ਡਰਦਾ ਆ। ਜਿਹੜਾ ਰੱਬ ਦੀ ਭਗਤੀ ਕਰਦਾ, ਰੋਜ਼ ਗੁਰਦੁਆਰੇ ਜਾਂਦਾ, ਚੰਗੇ ਕੰਮ ਕਰਦਾ, ਭਾਗਾਂ ਵਾਲਿਓ, ਉਹ ਕਿਸੇ ਤੋਂ ਨਹੀਂ ਡਰਦਾ। ਉਹ ਜੇ ਡਰਦਾ ਹੈ ਤੇ ਕੇਵਲ ਅਕਾਲ ਪੁਰਖ ਪਰਮਾਤਮਾ ਦੇ ਕੋਲੋਂ ਡਰਦਾ ਹੈ, ਰੱਬ ਦੇ ਕੋਲੋਂ ਡਰਦਾ ਹੈ, ਵਾਹਿਗੁਰੂ ਦੇ ਕੋਲੋਂ ਡਰਦਾ ਹੈ। ਆ ਨਿਹੰਗ ਸਿੰਘ ਫੌਜਾਂ ਬੈਠੀਆਂ, ਕਿਸੇ ਨਿਹੰਗ ਸਿੰਘ ਨੂੰ ਪੁੱਛ ਕੇ ਵੇਖੋ, ਕਿਸੇ ਨਿਹੰਗ ਸਿੰਘ ਨੂੰ, ਕਿ ਤੁਹਾਨੂੰ ਕਿਹਦਾ ਡਰ ਹੈ, ਤੇ ਨਿਹੰਗ ਸਿੰਘ ਇੱਕੋ ਹੀ ਗੱਲ ਕਹਿਣਗੇ, ਜੇ ਸਾਨੂੰ ਡਰ ਹੈ ਤੇ ਸਿਰਫ ਰੱਬ ਦਾ ਡਰ ਹੈ, ਰੱਬ ਤੋਂ ਇਲਾਵਾ ਸਾਨੂੰ ਹੋਰ ਕਿਸੇ ਦਾ ਕੋਈ ਡਰ ਨਹੀਂ। ਭਾਵੇਂ ਆਪਣੇ ਆਪ ਦੇ ਵਿੱਚ ਕੋਈ ਜਿੱਡਾ ਮਰਜ਼ੀ ਵੱਡਾ ਬਾਦਸ਼ਾਹ ਹੋਵੇ, ਤੇ ਭਾਵੇਂ ਕੋਈ ਨਾਡੂ ਖਾਂ ਹੋਵੇ, ਸਾਨੂੰ ਕਿਸੇ ਦਾ ਕੋਈ ਡਰ ਨਹੀਂ, ਕਿਸੇ ਦਾ ਕੋਈ ਡਰ ਨਹੀਂ। ਤੇ ਮੈਂ ਬੇਨਤੀ ਕਰਾਂ ਸਾਧ ਸੰਗਤ, ਜਦੋਂ ਪ੍ਰਹਿਲਾਦ ਡਰਿਆ ਨਾ, ਤੇ 3 ਤਰੀਕਿਆਂ ਦੇ ਨਾਲ ਪ੍ਰਹਿਲਾਦ ਨੂੰ ਮਾਰਨ ਦਾ ਯਤਨ ਕੀਤਾ। ਪਹਿਲਾ ਤਰੀਕਾ ਕਿਹੜਾ ਹੈ? ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਹੈ, ਮਹਾਰਾਜ ਦੀ ਬਾਣੀ ਕਹਿੰਦੀ, ਗਿਰ ਤਰ ਜਲ ਜਵਾਲਾ ਪੈ ਰਾਖਿਓ, ਰਾਜਾ ਰਾਮ ਮਾਇਆ ਫੇਰੀ।
ਸਭ ਤੋਂ ਪਹਿਲਾ ਤਰੀਕਾ ਉਹਨਾਂ ਨੇ ਵਰਤਿਆ, ਪ੍ਰਹਿਲਾਦ ਨੂੰ ਪਹਾੜ ਤੋਂ ਸੁੱਟਿਆ। ਕਹਿੰਦੇ ਰੱਬ ਨੇ ਬਚਾ ਲਿਆ, ਪਰਮਾਤਮਾ ਨੇ ਬਚਾ ਲਿਆ। ਦੂਸਰਾ ਤਰੀਕਾ ਉਹਨਾਂ ਕੀ ਵਰਤਿਆ, ਪ੍ਰਹਿਲਾਦ ਨੂੰ ਪਾਣੀ ਦੇ ਵਿੱਚ ਸੁੱਟਿਆ, ਤੇ ਜਦੋਂ ਪ੍ਰਹਿਲਾਦ ਨੂੰ ਪਾਣੀ ਦੇ ਵਿੱਚ ਸੁੱਟਿਆ, ਰੱਬ ਨੇ ਉੱਥੇ ਵੀ ਹੱਥ ਦੇ ਕੇ ਰੱਖ ਲਿਆ, ਪਰਮਾਤਮਾ ਨੇ ਉੱਥੇ ਵੀ ਹੱਥ ਦੇ ਕੇ ਰੱਖ ਲਿਆ। ਦੋ ਵਚਨ ਤੁਹਾਡੇ ਨਾਲ ਸਾਂਝੇ ਕਰਨ ਲੱਗਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੋ। ਮਹਾਰਾਜ ਨੇ ਮੌਤ ਦੇ ਬਾਰੇ ਦੋ ਗੱਲਾਂ ਬੜੀਆਂ ਕਲੀਅਰ ਲਿਖੀਆਂ ਨੇ, ਬੜੀਆਂ ਸਪਸ਼ਟ ਲਿਖੀਆਂ ਨੇ। ਪਹਿਲੀ ਗੱਲ, ਮਹਾਰਾਜ ਕਹਿੰਦੇ ਨੇ ਜਿਹਦੀ ਉਮਰ ਪੂਰੀ ਹੋ ਗਈ, ਜਿਹਦਾ ਸਮਾਂ ਪੂਰਾ ਹੋ ਗਿਆ, ਜਿਹਦੇ ਸਵਾਸ ਪੂਰੇ ਹੋ ਗਏ, ਉਹਨੂੰ ਬਚਾ ਕੋਈ ਨਹੀਂ ਸਕਦਾ। ਆਪਾਂ ਬਾਣੀ ਪੜ੍ਹਦੇ ਆ, ਮਹਾਰਾਜ ਕਹਿੰਦੇ ਜਿਸ ਕੀ ਪੂਜੈ ਔਦ ਤਿਸੈ ਕੌਣ ਰਾਖਈ, ਵੈਦਿਕ ਅਨਿਕ ਉਪਾਵ ਕਹਾਂ ਲਓ ਭਾਖਈ। ਜਿਹਦੀ ਉਮਰ ਪੂਰੀ ਹੋ ਗਈ, ਉਹਨੂੰ ਕੋਈ ਨਹੀਂ ਜੇ ਬਚਾ ਸਕਦਾ। ਤੇ ਭਾਗਾਂ ਵਾਲਿਓ, ਜਿਹਦਾ ਸਮਾਂ ਬਾਕੀ ਹੈ, ਜਿਹਦੀ ਉਮਰ ਬਾਕੀ ਹੈ, ਜਿਹਦੇ ਸਵਾਸ ਬਾਕੀ ਨੇ, ਉਹਨੂੰ ਕੋਈ ਦੁਨੀਆ ਦੀ ਤਾਕਤ ਮਾਰ ਵੀ ਨਹੀਂ ਸਕਦੀ, ਉਹਨੂੰ ਕੋਈ ਖਤਮ ਵੀ ਨਹੀਂ ਕਰ ਸਕਦਾ। ਜਿਹਨੂੰ ਬਾਬਾ ਜੀ ਨੇ ਬਾਣੀ ਚ ਕਿਹਾ, ਜਿਸਨੂੰ ਆਪ ਰਖਵਾਲਾ ਮਾਰੇ ਤਿਸ ਕੌਣ। ਆ ਤੁਸੀਂ ਫੇਸਬੁੱਕ ਤੇ ਇੱਕ ਵੀਡੀਓ ਵੇਖੀ ਹੋਵੇਗੀ, ਇੱਕ ਬਜ਼ੁਰਗ ਬਿਲਕੁਲ ਆਪਣੇ ਘਰ ਦੇ ਬਾਹਰ ਬੈਠਾ, ਬਜ਼ੁਰਗ ਬਿਲਕੁਲ ਆਪਣੇ ਘਰ ਦੇ ਬਾਹਰ ਬੈਠਾ ਪੱਥਰ ਦੀ ਕੁਰਸੀ ਤੇ। ਭਾਗਾਂ ਵਾਲਿਓ, ਇਧਰੋਂ ਗੱਡੀ ਆਈ, ਇਧਰੋਂ ਗੱਡੀ ਆਈ। ਪਹਿਲਾਂ ਬਜ਼ੁਰਗ ਇਧਰ ਨੂੰ ਵੇਖ ਰਿਹਾ ਸੀ, ਇਧਰੋਂ ਗੱਡੀ ਬਹੁਤ ਜ਼ਿਆਦਾ ਸਪੀਡ ਦੇ ਨਾਲ ਆ ਰਹੀ ਹੈ। 2-3 ਸਕਿੰਟ, ਸਿਰਫ 2-3 ਸਕਿੰਟ ਉਹ ਬਜ਼ੁਰਗ ਦੀ ਨਜ਼ਰ ਐਨੂੰ ਪਈ, ਉਹਨੇ ਵੇਖਿਆ ਗੱਡੀ ਤੇ ਮੇਰੇ ਤੇ ਚੜ੍ਹਦੀ ਆ ਰਹੀ ਹੈ, ਤੇ ਉਹ ਦਵਾ ਦਵ ਕੁਰਸੀ ਤੋਂ ਉੱਠਿਆ ਤੇ ਉਹ ਆਪਣੇ ਘਰ ਵੱਲ ਨੂੰ ਵੜ ਗਿਆ। ਗੱਡੀ ਉਸ ਕੁਰਸੀ ਦੇ ਵਿੱਚ ਆ ਕੇ ਵੱਜੀ, ਉਹ ਕੁਰਸੀ ਚਕਨਾਚੂਰ ਹੋ ਗਈ, ਉਹ ਕੁਰਸੀ ਚਕਨਾ ਚੂਰ ਹੋ ਗਈ। ਤੇ ਜੇ ਬਜ਼ੁਰਗ ਨਾ ਵੇਂਦਾ ਤੇ ਬਜ਼ੁਰਗ ਦਾ ਰਹਿਣਾ ਕੱਖ ਨਹੀਂ ਸੀ, ਜਿੱਡੀ ਜ਼ੋਰ ਦੇ ਨਾਲ ਗੱਡੀ ਉਹ ਕੁਰਸੀ ਦੇ ਵਿੱਚ ਆ ਕੇ ਵੱਜੀ। ਬਹੁਤ ਦਿਨ ਉਹ ਵੀਡੀਓ ਫੇਸਬੁੱਕ ਤੇ ਚੱਲੀ, ਤੁਹਾਡੇ ਵਿੱਚ ਵੀ ਕਿਸੇ ਨਾ ਕਿਸੇ ਨੇ ਜ਼ਰੂਰ ਵੇਖੀ ਹੋਵੇਗੀ। ਸੋ ਕਹਿਣ ਤੋਂ ਭਾਵ, ਜਿਹਦਾ ਸਮਾਂ ਪੂਰਾ ਹੋ ਗਿਆ, ਉਹਨੂੰ ਬਚਾ ਕੋਈ ਨਹੀਂ ਸਕਦਾ, ਜਿਹਦਾ ਸਮਾਂ ਬਾਕੀ ਹੈ, ਉਹਨੂੰ ਮਾਰ ਕੋਈ ਨਹੀਂ ਸਕਦਾ, ਉਹਨੂੰ ਖਤਮ ਵੀ ਕੋਈ ਨਹੀਂ ਕਰ ਸਕਦਾ। ਪਹਿਲਾਂ ਪ੍ਰਹਿਲਾਦ ਨੂੰ ਪਹਾੜ ਤੋਂ ਸੁੱਟਿਆ, ਰੱਬ ਨੇ ਬਚਾ ਲਿਆ। ਉਹਨੂੰ ਪਾਣੀ ਦੇ ਵਿੱਚ ਸੁੱਟਿਆ, ਰੱਬ ਨੇ ਫਿਰ ਬਚਾ ਲਿਆ, ਪਰਮਾਤਮਾ ਨੇ ਫਿਰ ਬਚਾ ਲਿਆ। ਤੇ ਹਰਨਾਕਸ਼ ਨੇ ਡਿਊਟੀ ਲਾਈ ਆਪਣੀ ਭੈਣ ਦੀ। ਕਿਹਦੀ ਡਿਊਟੀ ਲਾਈ ਜੀ? ਆਪਣੀ ਭੈਣ ਦੀ। ਉਹਦੀ ਭੈਣ ਦਾ ਨਾਂ ਹੈ ਹੋਲਕਾ। ਤੇ ਹੋਲਕਾ ਨੂੰ ਇੱਕ ਵਰ ਮਿਲਿਆ ਹੋਇਆ ਸੀ, ਇੱਕ ਮਨੌਤ ਮੰਨੀ ਗਈ ਹੈ ਵੀ ਹੋਲਕਾ ਨੂੰ ਵਰ ਮਿਲਿਆ ਸੀ। ਉਹਦੇ ਕੋਲ ਇੱਕ ਕੱਪੜਾ ਸੀ, ਜਦੋਂ ਉਹ ਕੱਪੜਾ ਆਪਣੇ ਤਨ ਦੇ ਉੱਤੇ ਓੜ ਲੈਂਦੀ ਸੀ, ਅੱਗ ਵੀ ਉਹਨੂੰ ਨਹੀਂ ਸੀ ਸਾੜ ਸਕਦੀ। ਤੇ ਹਰਨਾਕਸ਼ ਆਪਣੀ ਭੈਣ ਹੋਲਕਾ ਨੂੰ ਕਹਿੰਦਾ ਵੀ ਤੂੰ ਮੇਰੇ ਪੁੱਤਰ ਪ੍ਰਹਿਲਾਦ ਨੂੰ ਲੈ ਕੇ ਅੱਗ ਦੇ ਵਿੱਚ ਬਹਿ ਜਾ, ਅੱਗ ਦੇ ਵਿੱਚ ਬਹਿ ਜਾ। ਭਾਗਾਂ ਵਾਲਿਓ, ਹੋਲਕਾ ਪ੍ਰਹਿਲਾਦ ਨੂੰ ਲੈ ਕੇ ਅੱਗ ਦੇ ਵਿੱਚ ਬਹਿ ਗਈ। ਕਰਨੀ ਕਰਤਾਰ ਦੀ ਉਹ ਜਿਹੜਾ ਕੱਪੜਾ ਸੀ ਨਾ, ਉਹ ਜਿਹੜਾ ਕੱਪੜਾ ਸੀ, ਭਾਗਾਂ ਵਾਲਿਓ, ਉਹ ਹੋਲਕਾ ਤੋਂ ਉੱਡ ਕੇ ਪ੍ਰਹਿਲਾਦ ਤੇ ਪੈ ਗਿਆ। ਹੋਲਕਾ ਸੜ ਕੇ ਸਵਾਹ ਹੋ ਗਈ ਤੇ ਪ੍ਰਹਿਲਾਦ ਬਚ ਗਿਆ। ਹੋਲਕਾ ਸੜ ਕੇ ਸਵਾਹ ਹੋ ਗਈ ਤੇ ਪ੍ਰਹਿਲਾਦ ਬਚ ਗਿਆ। ਮਹਾਰਾਜ ਦੀ ਬਾਣੀ ਕਹਿੰਦੀ ਹੈ, ਗਿਰ, ਗਿਰ ਕਹਿੰਦੇ ਪਹਾੜ ਨੂੰ, ਗਿਰ ਤਰ ਜਲ, ਜਲ ਕਹਿੰਦੇ ਨੇ ਪਾਣੀ ਨੂੰ, ਜਵਾਲਾ ਭੈ ਰਾਖਿਓ, ਜਵਾਲਾ ਕਹਿੰਦੇ ਅੱਗ ਨੂੰ, ਗਿਰ ਤਰ ਜਲ ਜਵਾਲਾ ਭੈ ਰਾਖਿਓ, ਰਾਜਾ ਰਾਮ ਮਾਇਆ ਫੇਰੀ। ਪਹਾੜ ਤੋਂ ਸੁੱਟਿਆ, ਰੱਬ ਨੇ ਉੱਥੇ ਵੀ ਬਚਾ ਲਿਆ, ਪਾਣੀ 'ਚ ਸੁੱਟਿਆ, ਰੱਬ ਨੇ ਉੱਥੇ ਵੀ ਬਚਾ ਲਿਆ। ਤੇ ਹੋਲਕਾ ਅੱਗ ਦੇ ਵਿੱਚ ਲੈ ਕੇ ਬੈਠੀ, ਆਪ ਸੜ ਕੇ ਸਵਾਹ ਹੋ ਗਈ ਤੇ ਰੱਬ ਨੇ ਪ੍ਰਹਿਲਾਦ ਨੂੰ ਉੱਥੇ ਵੀ ਹੱਥ ਦੇ ਕੇ ਰੱਖ ਲਿਆ। ਹੁਣ ਹਰਨਾਕਸ਼ ਨੂੰ ਬੜਾ ਗੁੱਸਾ ਆਇਆ, ਬੜਾ ਗੁੱਸਾ ਆਇਆ। ਕਹਿੰਦੇ ਹੱਥ ਖੜਗ ਕਰਤਾਇਆ ਅਤ ਅਹੰਕਾਰ। ਕਹਿੰਦੇ ਮਿਆਨ ਵਿੱਚੋਂ ਕਿਰਪਾਨ ਕੱਢੀ ਹਰਨਾਕਸ਼ ਨੇ। ਹਰ ਤੇਰਾ ਕਹਾ ਤੁਝ ਲਏ ਉਬਾਰ, ਮੈਂ ਤੈਨੂੰ ਹੁਣ ਮਾਰਨ ਲੱਗਾ, ਮੈਂ ਵੇਖਣਾ ਕਿਹੜਾ ਰੱਬ ਤੈਨੂੰ ਬਚਾਉਣ ਵਾਸਤੇ ਆਉਂਦਾ। ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ, ਖਿੰਨ ਮੈਂ ਭਿਆਨ ਰੂਪ ਪ੍ਰਗਟਿਆ ਥੰਮ ਉਪਾੜ, ਹਰਨਾਕਸ਼ ਨਖੀ ਬਿਦਾਰਿਆ, ਪ੍ਰਹਿਲਾਦ ਜਨ ਲਿਆ ਉਬਾਰ। ਭਾਗਾਂ ਵਾਲਿਓ, ਕਹਿੰਦੇ ਰੱਬ ਪ੍ਰਗਟ ਹੋਇਆ ਨਰਸਿੰਘ ਦੇ ਰੂਪ ਵਿੱਚ, ਰੱਬ ਨੇ ਹਰਨਾਕਸ਼ ਨੂੰ ਮਾਰ ਦਿੱਤਾ, ਹਰਨਾਕਸ਼ ਨੂੰ ਮਾਰ ਦਿੱਤਾ, ਪ੍ਰਹਿਲਾਦ ਨੂੰ ਬਚਾ ਲਿਆ। ਖਿੰਨ ਮੈਂ ਭਿਆਨ ਰੂਪ ਪ੍ਰਗਟਿਆ ਥੰਮ ਉਪਾੜ, ਹਰਨਾਕਸ਼ ਨਖੀ ਬਿਦਾਰਿਆ, ਪ੍ਰਹਿਲਾਦ ਜਨ ਲਿਆ ਉਬਾਰ। ਸੰਤ ਜਨਾ ਕੇ ਹਰ ਜੀਓ ਕਾਜ ਸਵਾਰੇ, ਪ੍ਰਹਿਲਾਦ ਜਨ ਕੇ 21 ਕੁਲ ਉਧਾਰੇ। ਭਾਗਾਂ ਵਾਲਿਓ, ਰੱਬ ਨੇ, ਪਰਮਾਤਮਾ ਨੇ ਹਰਨਾਕਸ਼ ਨੂੰ ਮਾਰ ਦਿੱਤਾ ਤੇ ਪ੍ਰਹਿਲਾਦ ਨੂੰ ਬਚਾ ਲਿਆ। ਰੋਜ਼ ਬਾਣੀ ਪੜ੍ਹਦੇ ਆ,
रोज बाणी पढ़दे हां, हर जुग जुग भगत उपाया, पैज रखदा आया राम राजे, हरनाक्ष दुष्ट हर मारिया, प्रहलाद कराया। अहंकारियां निंदका पिठ दे, नाम दियो मुख लाया। भगतां दी सदा तू रखदा हर जियो, धुर तू रखदा आया, प्रहलाद जन तुद राख ले हर जियो, हरनाक्ष मार पचाया। भागां वालिओ, ਜਿਹੜੀ ਹੋਲੀ ਹੈ ਨਾ, ਹੋਲੀ ਉਹ ਹੋਲਕਾ ਤੋਂ ਸ਼ੁਰੂ ਹੁੰਦੀ ਹੈ। ਹੋਲੀ ਹੋਲਕਾ ਤੋਂ ਸ਼ੁਰੂ ਹੁੰਦੀ ਹੈ। ਹੋਲੀ ਦਾ ਸੰਬੰਧ ਹੋਲਕਾ ਦੇ ਨਾਲ ਹੈ, ਹੋਲਕਾ ਦੇ ਨਾਲ। ਹੋਲੀ ਵਾਲੇ ਦਿਨ ਰਾਤ ਨੂੰ ਅੱਗ ਬਾਲੀ ਜਾਂਦੀ ਹੈ। ਹੋਲੀ ਵਾਲੇ ਦਿਨ ਰਾਤ ਨੂੰ ਅੱਗ ਬਾਲੀ ਜਾਂਦੀ ਹੈ, ਤੇ ਉਹ ਜਿਹੜੀ ਅੱਗ ਬਾਲੀ ਜਾਂਦੀ ਹੈ ਨਾ, ਉਹ ਹੋਲਕਾ ਨੂੰ ਸਾੜਨ ਦਾ ਪ੍ਰਤੀਕ ਹੈ, ਸਾੜਨ ਦਾ ਪ੍ਰਤੀਕ। ਤੇ ਮੈਂ ਬੇਨਤੀ ਕਰਾਂ ਸਾਧ ਸੰਗਤ, ਹੋਲਕਾ ਕਾਹਦਾ ਪ੍ਰਤੀਕ ਹੈ? ਹੋਲਕਾ ਬਦੀ ਦਾ ਪ੍ਰਤੀਕ ਹੈ। ਹੋਲਕਾ ਬੁਰਿਆਈ ਦਾ ਪ੍ਰਤੀਕ ਹੈ, ਬੁਰਿਆਈ ਦਾ ਪ੍ਰਤੀਕ। ਤੇ ਮੈਂ ਬੇਨਤੀ ਕਰਾਂ, ਬੁਰਿਆਈ ਬਾਹਰ ਨਹੀਂ, ਬੁਰਿਆਈ ਸਾਡੇ ਅੰਦਰ ਹੈ, ਬੁਰਿਆਈ ਸਾਡੇ ਅੰਦਰ ਹੈ। ਹੋਲੀ ਵਾਲੇ ਦਿਨ ਅੱਗ ਬਾਲ ਕੇ, ਅੱਗ ਬਾਲ ਕੇ ਇਹ ਮੰਨਿਆ ਜਾਂਦਾ ਵੀ ਅਸੀਂ ਹੋਲਕਾ ਨੂੰ ਸਾੜ ਦਿੱਤਾ, ਅਸੀਂ ਬੁਰਿਆਈ ਨੂੰ ਸਾੜ ਦਿੱਤਾ। ਭਾਗਾਂ ਵਾਲਿਓ, ਬੁਰਿਆਈ ਸਾਡੇ ਬਾਹਰ ਨਹੀਂ, ਬੁਰਿਆਈ ਸਾਡੇ ਅੰਦਰ ਹੈ। ਬਾਹਰ ਅੱਗ ਬਾਲਣ ਦੇ ਨਾਲ ਕਦੀ ਬੁਰਿਆਈ ਖਤਮ ਨਹੀਂ ਜੇ ਹੋਣੀ, ਕਿਉਂਕਿ ਬੁਰਿਆਈ ਸਾਡੇ ਅੰਦਰ ਹੈ, ਬਦੀ ਸਾਡੇ ਅੰਦਰ ਹੈ, ਔਗਣ ਸਾਡੇ ਅੰਦਰ ਨੇ। ਉਹ ਬੁਰਿਆਈ ਕਿਹੜੀ ਹੈ? ਮੈਂ ਬੇਨਤੀ ਕਰਾਂ, ਈਰਖਾ ਹੈ ਸਾਡੇ ਅੰਦਰ। ਈਰਖਾ ਬੁਰਿਆਈ ਨਹੀਂ, ਈਰਖਾ ਸਭ ਤੋਂ ਵੱਡੀ ਬੁਰਿਆਈ ਹੈ। ਨਿੱਕੀਆਂ ਨਿੱਕੀਆਂ ਗੱਲਾਂ ਤੇ ਈਰਖਾ ਕਰਦੇ ਆ। ਸਵੇਰੇ ਵੀ ਅਰਦਾਸ ਕਹਿੰਦੇ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ, ਤੇ ਫਿਰ ਈਰਖਾ ਕਰੀ ਜਾਂਦੇ ਆ। ਸ਼ਾਮ ਨੂੰ ਵੀ ਕਹਿੰਦੇ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ, ਤੇ ਫਿਰ ਈਰਖਾ ਕਰੀ ਜਾਂਦੇ ਆ। ਸਾੜਾ ਹੈ ਸਾਡੇ ਅੰਦਰ, ਸਾੜਾ। ਭਾਗਾਂ ਵਾਲਿਓ, ਇਹ ਬੁਰਿਆਈ ਨਹੀਂ, ਇਹ ਸਭ ਤੋਂ ਵੱਡੀ ਬੁਰਿਆਈ ਹੈ। ਮੈਂ ਬੇਨਤੀ ਕਰਾਂ ਸਾਧ ਸੰਗਤ, ਨਿੱਕੀਆਂ ਨਿੱਕੀਆਂ ਗੱਲਾਂ ਤੇ ਸੜਦੇ ਅਸੀਂ, ਨਿੱਕੀਆਂ ਨਿੱਕੀਆਂ ਗੱਲਾਂ ਤੇ। ਇੱਕ ਸੱਚਾਈ ਦੱਸਾਂ ਜੀ, ਅੱਜ ਦਾ ਜਿਹੜਾ ਸਮਾਂ ਹੈ ਨਾ, ਬੰਦਾ ਆਪਣੇ ਦੁੱਖਾਂ ਤੋਂ ਓਨਾ ਦੁਖੀ ਨਹੀਂ ਜਿੰਨਾ ਗਵਾਂਢੀਆਂ ਦੇ ਸੁੱਖਾਂ ਵੱਲ ਵੇਖ ਕੇ ਦੁਖੀ ਹੁੰਦਾ ਹੈ। ਕਮਾਈ ਤੇ ਮੈਂ ਵੀ ਓਨੀ ਕਰਦਾ, ਇਹਨਾਂ ਕੋਠੀ ਕਿੱਦਾਂ ਬਣਾ ਲਈ। ਕਮਾਈ ਤੇ ਮੈਂ ਵੀ ਓਨੀ ਕਰਦਾ, ਇਹਨਾਂ ਗੱਡੀ ਕਿੱਦਾਂ ਲੈ ਲਈ। ਕਮਾਈ ਤੇ ਮੈਂ ਵੀ ਓਨੀ ਕਰਦਾ, ਇਹਨਾਂ ਇੱਕ ਕਿੱਲਾ ਕਿੱਦਾਂ ਖਰੀਦ ਲਿਆ। ਪੁੱਤ ਤੇ ਮੇਰੇ ਨੇ ਵੀ ਆਈਲੈਟਸ ਕੀਤੀ, ਇਹਨਾਂ ਦਾ ਕਿੱਦਾਂ ਪਹਿਲਾਂ ਕੈਨੇਡਾ ਪਹੁੰਚ ਗਿਆ। ਕਿਉਂ? ਝੂਠ ਨਹੀਂ ਕਹਿ ਰਿਹਾ, ਝੂਠ ਨਹੀਂ ਕਹਿ ਰਿਹਾ। ਹੁਣ ਤੇ ਬਹੁਤੇ ਜਦੋਂ ਬੱਚਿਆਂ ਨੂੰ ਬਾਹਰ ਭੇਜਦੇ ਦੱਸਦੇ ਹੀ ਨਹੀਂ, ਪਤਾ ਹੀ ਉਦੋਂ ਲੱਗਦਾ ਜਦੋਂ ਉੱਥੇ ਜਹਾਜ਼ ਦੀਆਂ ਬ੍ਰੇਕਾਂ ਵੱਜਦੀਆਂ ਜਾ ਕੇ ਕੈਨੇਡਾ, ਤੇ ਫਿਰ ਫੇਸਬੁੱਕ ਤੇ ਪਾਉਂਦੇ ਆ ਵੀ ਸਾਡਾ ਪੁੱਤ ਕੈਨੇਡਾ ਪਹੁੰਚ ਗਿਆ। ਪਤਾ ਹੈ ਉਹਨਾਂ ਨੂੰ, ਪਤਾ ਹੈ ਉਹਨਾਂ ਨੂੰ ਵੀ ਜਿੰਨਾ ਚਿਰ ਉੱਥੇ ਪਹੁੰਚਦਾ ਨਹੀਂ, ਕੁਝ ਵੀ ਹੋ ਸਕਦਾ, ਕੁਝ ਵੀ ਹੋ ਸਕਦਾ। 25-30 ਲੱਖ ਦਾ ਟਰੱਕ ਕਿਸੇ ਨੇ ਲਿਆ, ਕਿਸੇ ਨੇ ਲਿਆ। ਉਹ ਟੱਬਰ ਸੁੱਤਾ ਜਿਹਨੇ ਟਰੱਕ ਖਰੀਦਿਆ, ਤੇ ਸਾਨੂੰ ਸਾਰੀ ਰਾਤ ਨੀਂਦ ਨਹੀਂ ਆਉਂਦੀ, ਅਸੀਂ ਐਵੇਂ ਚਿੰਤਾ ਕਰੀ ਜਾਂਦੇ ਆ 25 ਲੱਖ ਦਾ ਟਰੱਕ ਕਿੱਦਾਂ ਲੈ ਲਿਆ। ਇਹ ਕਿਸ਼ਤਾਂ ਲਓ, ਲੱਥਣਗੀਆਂ ਕਿ ਨਹੀਂ ਲੱਥਣਗੀਆਂ? ਕਿਉਂ? ਭਾਗਾਂ ਵਾਲਿਓ ਇਦਾਂ ਹੀ ਹੈ। ਇੱਕ ਛੋਟੀ ਜਿਹੀ ਬੇਨਤੀ ਕਰਨ ਲੱਗਾ। ਕਹਿੰਦੇ ਇੱਕ ਵਾਰ ਨਾ ਰੱਬ ਇੱਕ ਬੰਦੇ ਨੂੰ ਕਹਿੰਦਾ ਵੀ ਜੋ ਤੂੰ ਮੇਰੇ ਕੋਲੋਂ ਮੰਗੇਗਾ ਮੈਂ ਤੈਨੂੰ ਦਵਾਂਗਾ, ਮੈਂ ਤੈਨੂੰ ਦਵਾਂਗਾ। ਬੰਦਾ ਬੜਾ ਖੁਸ਼ ਹੋਇਆ, ਕਹਿੰਦਾ ਹੁਣ ਤੇ ਕੰਮ ਕਰਨਾ ਨਹੀਂ ਪੈਣਾ, ਸਾਰਾ ਕੋਲ ਅਸੀਂ ਰੱਬ ਕੋਲੋਂ ਮੰਗ ਲੈਣਾ। ਤੇ ਕੁਝ ਸਮੇਂ ਬਾਅਦ ਰੱਬ ਕਹਿੰਦਾ ਜੋ ਮੈਂ ਤੈਨੂੰ ਦਵਾਂਗਾ ਤੇਰੇ ਨਾਲੋਂ ਗਵਾਂਢੀਆਂ ਨੂੰ ਦੁੱਗਣਾ ਦਵਾਂਗਾ। ਜੋ ਮੈਂ ਤੈਨੂੰ ਦਵਾਂਗਾ ਤੇਰੇ ਗਵਾਂਢੀਆਂ ਨੂੰ ਉਹਦੇ ਨਾਲੋਂ ਦੁੱਗਣਾ ਦਵਾਂਗਾ। ਜਦੋਂ ਪਹਿਲਾਂ ਰੱਬ ਨੇ ਕਿਹਾ ਨਾ ਜੋ ਤੂੰ ਮੰਗੇਗਾ ਮੈਂ ਤੈਨੂੰ ਦਵਾਂਗਾ, ਬੰਦਾ ਬੜਾ ਖੁਸ਼ ਹੋਇਆ। ਪਰ ਜਦੋਂ ਰੱਬ ਨੇ ਆ ਦੂਸਰੀ ਗੱਲ ਕਹੀ ਵੀ ਜੋ ਮੈਂ ਤੈਨੂੰ ਦਵਾਂਗਾ ਤੇਰੇ ਗਵਾਂਢੀਆਂ ਨੂੰ ਉਹਦੇ ਨਾਲੋਂ ਦੁੱਗਣਾ ਦਵਾਂਗਾ, ਤੇ ਬੰਦਾ ਸੋਚੀ ਪੈ ਗਿਆ। ਕਹਿੰਦਾ ਜੇ ਇੱਕ ਕੋਠੀ ਮੰਗ ਲਈ ਤੇ ਗਵਾਂਢੀਆਂ ਨੂੰ 2 ਮਿਲ ਜਾਣੀਆਂ, ਜੇ 50 ਲੱਖ ਮੰਗ ਲਿਆ ਤੇ ਗਵਾਂਢੀਆਂ ਨੂੰ ਕਰੋੜ ਮਿਲ ਜਾਣਾ, ਜੇ 2 ਪੁੱਤ ਮੰਗ ਲਏ ਤੇ ਗਵਾਂਢੀਆਂ ਨੂੰ 4 ਮਿਲ ਜਾਣੇ ਆ, ਜੇ 5 ਕਿੱਲੇ ਮੰਗ ਲਏ ਤੇ ਗਵਾਂਢੀਆਂ ਨੂੰ 10 ਮਿਲ ਜਾਣੇ। ਕਹਿੰਦਾ ਰੱਬ ਜੀ ਕੁਝ ਨਹੀਂ ਚਾਹੀਦਾ, ਮੇਰੇ ਘਰ ਦੇ ਬਾਹਰ ਜਿਹੜਾ ਮੇਨ ਦਰਵਾਜ਼ਾ ਨਾ, ਘਰ ਦਾ ਮੇਨ ਦਰਵਾਜ਼ਾ, ਰੱਬ ਜੀ ਮੇਰੇ ਘਰ ਦੇ ਬਾਹਰ ਇੱਕ ਵੱਡਾ ਸਾਰਾ ਖੂਹ ਪੁੱਟ ਦਿਓ, ਇੱਕ ਟੋਆ ਪੁੱਟ ਦਿਓ ਮੇਰੇ ਘਰ ਦੇ ਬਾਹਰ, ਤੇ ਇੱਕ ਪੁੱਟਿਆ ਜਾਣਾ ਗਵਾਂਢੀਆਂ ਦੇ ਘਰ ਦੇ ਬਾਹਰ 2 ਪੁੱਟੇ ਜਾਣੇ। ਸਾਧ ਸੰਗਤ, ਇਹ ਈਰਖਾ ਸਭ ਤੋਂ ਵੱਡੀ ਬੁਰਿਆਈ ਹੈ, ਸਾੜਾ ਸਭ ਤੋਂ ਵੱਡੀ ਬੁਰਿਆਈ ਹੈ, ਕਾਮ ਸਭ ਤੋਂ ਵੱਡੀ ਬੁਰਿਆਈ ਹੈ। ਆ ਵੇਖੋ, ਇੱਕ ਮੇਰੇ ਖਿਆਲ ਪਤਾ ਨਹੀਂ ਬ੍ਰਾਜ਼ੀਲ ਦੀ ਕਿ ਸਪੇਨ ਦੀ ਧੀ, ਇੱਕ ਉਹਦਾ ਪਤੀ ਉਹਦੇ ਨਾਲ ਹੈ, ਉਹ ਪੂਰੀ ਦੁਨੀਆ ਘੁੰਮ ਆਈ,
ਤੇ ਜਦੋਂ ਇੱਥੇ ਇੰਡੀਆ ਆਈ ਘੁੰਮਣ ਵਾਸਤੇ ਤੇ ਸਾਧ ਸੰਗਤ ਮੈਂ ਕਹਾਂਗਾ ਵੀ ਜਾਨਵਰ ਦਰਿੰਦੇ ਜਦੋਂ ਝਾੜਖੰਡ ਦੇ ਵਿੱਚ ਗਈ ਤੇ ਉਸ ਬੱਚੀ ਦਾ ਰੇਪ ਕੀਤਾ ਗਿਆ, ਉਸ ਧੀ ਦਾ ਰੇਪ ਕੀਤਾ ਗਿਆ। ਇਹ ਕਾਮ ਇਹ ਸਭ ਤੋਂ ਵੱਡੀ ਬੁਰਾਈ ਹੈ, ਕ੍ਰੋਧ ਸਭ ਤੋਂ ਵੱਡੀ ਬੁਰਾਈ ਹੈ, ਲੋਭ ਸਭ ਤੋਂ ਵੱਡੀ ਬੁਰਾਈ ਹੈ, ਮੋਹ ਹੰਕਾਰ ਇਹ ਬੁਰਾਈਆਂ ਨੇ। ਤੇ ਮੈਂ ਬੇਨਤੀ ਕਰਾਂ ਸਾਧ ਸੰਗਤ, ਇਹਨਾਂ ਬੁਰਾਈਆਂ ਨੂੰ ਅਸੀਂ ਆਪਣੇ ਅੰਦਰੋਂ ਸਾੜਨਾ ਹੈ, ਆਪਣੇ ਅੰਦਰੋਂ ਇਹਨਾਂ ਬੁਰਾਈਆਂ ਨੂੰ ਬਾਹਰ ਕੱਢੀਏ। ਇਹ ਬੁਰਾਈਆਂ ਤਾਂ ਹੀ ਬਾਹਰ ਨਿਕਲਣਗੀਆਂ ਜੇ ਅਸੀਂ ਰੱਬ ਦੀ ਭਗਤੀ ਕਰਾਂਗੇ, ਜੇ ਅਸੀਂ ਪ੍ਰਮਾਤਮਾ ਦੀ ਭਗਤੀ ਕਰਾਂਗੇ। ਹੁਣ ਧਿਆਨ ਦੇਣਾ ਜੀ, ਜਿਹੜਾ ਹੋਲੀ ਦਾ ਤਿਉਹਾਰ ਹੈ ਨਾ, ਹੋਲੀ ਦਾ ਤਿਉਹਾਰ ਕਿਤੇ ਨਾ ਕਿਤੇ ਇਸ ਤਿਉਹਾਰ ਦੇ ਵਿੱਚ ਅਸ਼ਲੀਲਤਾ ਹੈ, ਇਸ ਤਿਉਹਾਰ ਦੇ ਵਿੱਚ ਅਸ਼ਲੀਲਤਾ ਹੈ। ਜਦੋਂ ਹੋਲੀ ਦਾ ਤਿਉਹਾਰ ਹੁੰਦਾ ਹੈ ਲੋਕ ਕਿੰਨੀ ਹੁੱਲੜਬਾਜ਼ੀ ਕਰਦੇ ਨੇ, ਸ਼ਰਾਬਾਂ ਪੀਤੀਆਂ ਜਾਂਦੀਆਂ, ਸ਼ਰਾਬਾਂ ਪੀਤੀਆਂ ਜਾਂਦੀਆਂ, ਭੰਗ ਪੀਤੀ ਜਾਂਦੀ ਹੈ। ਮਾਫ ਕਰਨਾ ਸਾਧ ਸੰਗਤ, ਸਾਡਾ ਗੁਰੂ ਪਤਾ ਕੀ ਕਹਿੰਦਾ ਹੈ? ਸਾਡਾ ਗੁਰੂ ਕਹਿੰਦਾ ਹੈ ਮੇਰੇ ਸਿੱਖ ਨੇ ਨਸ਼ੇ ਦੇ ਲਾਗੇ ਨਹੀਂ ਜਾਣਾ। ਆਪਾਂ ਪਾਵਨ ਬਾਣੀ ਪੜ੍ਹਦੇ ਆ, ਮਹਾਰਾਜ ਦੀ ਬਾਣੀ ਦੇ ਬਚਨ ਨੇ, ਕਬੀਰ ਭਾਂਗ ਮਾਸ਼ਲੀ ਸੁਰਾਪਾਨ ਜੋ ਜੋ ਪ੍ਰਾਨੀ ਖਾਹੇ, ਤੀਰਥ ਵਰਤ ਨੇਮ ਕੀਏ ਤੇ ਸਭੇ ਰਸਾਤਲ ਜਾਹੇ। ਮਹਾਰਾਜ ਨੇ ਤੇ ਕਿਹਾ ਮਾਨਸ ਭਰਿਆ ਆਣਿਆ ਮਾਨਸ ਭਰਿਆ ਆਏ, ਜਿਤ ਪੀਤੈ ਮਤ ਦੂਰ ਹੋਏ ਪਰਲ ਪਵੈ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣੀ ਖਸਮੋਂ ਧੱਕੇ ਆਏ। ਮਹਾਰਾਜ ਨੇ ਤੇ ਕਿਹਾ ਕੁੱਠਾ ਹੁੱਕਾ ਚਰਸ ਤਮਾਕੂ गांजा तोड़ी टापी खाकू, इनकी और ना कब हूं देखै, रैत वान सो सिंह बसेखै। महाराज कहते मेरे सिख ने नशे दे लागे नहीं जाना। हुण ध्यान देना साध संगत, होली नाल साडा कोई संबंध नहीं, होली नाल साडा कोई संबंध नहीं। इस तिहार दे विच अश्लीलता है, जिहड़े ये तिहार मनाउंदे ने उन्हां नूं मुबारक है, वो मनाउण, वो मनाउण। ते मैं बेनती करा साध संगत, ये जिहड़ा तिहार है धन गुरु गोबिंद सिंह सच्चे पातशाह महाराज ने साडे ते कृपा कीती। इस अश्लीलता भरे तिहार नूं गुरु गोबिंद सिंह सच्चे पातशाह महाराज ने वीर रस दे विच बदल दिता, वीर रस दे विच। भागां वालिओ 1699 दे विच महाराज ने खालसा पंथ दी साजना कीती ते जदों सन 1700 चढ़ी, सन 1700 चढ़ी, आनंदपुर साहब की धरती ते केसगढ़ के मुकाम ते गुरु गोबिंद सिंह सच्चे पातशाह महाराज ने कहा, महाराज कहते ने औरण की होली मम होला, कहे ओ कृपा नित बचन अमोला। महाराज कहते जेड़े होली मनाउंदे ने वो मनाउण, उन्हां नूं मुबारक है। कलगीधर पातशाह महाराज कहते ने मेरे सिंह दा होली दे नाल कोई संबंध नहीं, मेरे सिंह दा होली दे नाल कोई संबंध नहीं। कलगीधर ने आनंदपुर साहब की धरती ते आ बचन कहे सी, औरण की होली, जिन्हां दा इह तिहार है मनाउण, जी सदके मनाउण, सानू कोई प्रॉब्लम नहीं। औरण की होली मम होला, कहे ओ कृपा निध बचन अमोला। मेरे सिंह ने होला महला मनाउणा है, मेरे सिंह ने होला महला खेडना है, होली दे नाल मेरे सिंह दा कोई संबंध नहीं। ध्यान देना साध संगत, आ होला महला आ रहा है, होला महला आ रहा है, उस तो बाद विसाखी आनी है। आपां श्री आनंदपुर साहब जाने हैं, जाओ, जाना चाहिए, हर साल जाना चाहिए, होले महल्ले ते भी जाना चाहिए, विसाखी ते भी जाना चाहिए। पर मैं बेनती करा हुल्लड़बाजियां ना करिए, हुल्लड़बाजियां ना करिए। आ मोटरसाइकिलों के पटाके चलाने, ट्रैक्टरां दे स्टंट करने, तरह तरह के बाजे वजाने, और भूतां वाले मार्क्स जे चले ने, चंगी भली शक्ल है तो वह मार्क्स पा के चंगा भला बंदा भूत बन जाता है, चंगा भला बंदा भूत बन जाता है। हुल्लड़बाजियां करते हैं। असीं जदों आनंदपुर साहब की धरती ते जाने आ, प्रशासन नूं महीना महीना पहला ही सारे इंतजाम सारे प्रबंध करने पैंदे ने। ये जिहड़े हुल्लड़बाजियां करते हैं, भागां वालिओ जा आनंदपुर रहे आ, ताश खेड रहे ने ट्राली दे विच, जा आनंदपुर रहे आ ते मोबाइल ते गेम खेड रहे ने। खुशियां मिल गईयां गुरु गोबिंद सिंह दियां? कदी कलगीधर पातशाह दियां खुशियां नहीं मिलियां। खुशियां किद्दां मिल गईयां? खुशियां उदां मिल गईयां जिद्दां गुरु गोबिंद सिंह साहब बुला रहे ने। ते महाराज कहंदे किद्दां आउणा मेरे को? मारे कहते जब हमरे दर्शन को आवो, होए सुचेत तन शस्त्र सजावो, कमर कसा कर देओ दिखाई, हमरी खुशी होए अधकाई।
महाराज कहते जब हमरे दर्शन को आओ होए सुचेत तन शस्त्र सजावो। महाराज कहते शस्त्र बस्त्र सजा के बाणा पा के नाम जपदा आनंदपुर साहब की धरती ते मेरे कोल आई। गुरु गोबिंद सिंह महाराज कहते खुशियां दे नाल तेरियां झोलियां भर देवांगा, खुशियां दे नाल। दुख पर हर सुख घर लै जाए, सारे दुख मैं तेरे अपने कोल रख लवांगा ते सारे सुख मैं तेरी झोली दे विच पा देवांगा, सारे सुख मैं तेरी झोली दे विच पा देवांगा। हुण ध्यान देना साध संगत, आ होला महला आ रहा। पिछले साल पत्रकार वीर गए होले महल्ले ते विसाखी ते, जिथे भी कोई पंजाब दे विच कोई समागम हुंदा जां कोई मेले हुंदे ने ते अक्सर कवरेज वास्ते पत्रकार वीर उत्थे पहुंचदे ने। ते मैं वेख रिहा सी मोबाइल दे उत्ते पिछले साल पत्रकार वीर गए जिहड़े उत्थे होला महल्ला वेखण गए ने। वो पत्रकार पुछदे ने तुसीं कित्थे हो? आनंदपुर साहब की धरती ते आए हैं। की करना है? होला महल्ला वेखण आए। होले महल्ले का मतलब की है? कहंदे सानूं नहीं पता। कमाल दी गल है, 15-20 जाणियां नूं उन्हां ने पुछया, किसे नूं नहीं पता भी होले महल्ले का मतलब की है। होले महल्ले का मतलब की? आ भैणां बैठियां, भैणों मैं खास करके तुहाडे चरनां विच बेनती करांगा, जदों बच्चे वड्डे हो के बिगड़ जांदे आ ना, असीं रोने आ, असीं तड़फदे आ, असीं करलाउने आ, असीं कंधां 'च टक्करां मारदे आ। आ गुरु अगे अरदास करके पुੱਤ मंगिया हुंदा ते जदों पुੱਤ नशे 'च पै जांदा, इसे गुरु अगे खलो के मां कहंदी है, रब्बा ऐसे पुੱਤ नालों ते मैं बेऔलाद चंगी सी, ऐसे पुੱਤ नालों ते मैं बेऔलाद चंगी सी। ते कसूर साडा जे बचपन विच ही बच्चिआं नूं चंगी सिੱਖਿਆ देवांगे ना, बच्चे कदी गलत पासे नहीं जाणगे, कदी गलत पासे नहीं जाणगे। जे बच्चों नूं चंगी सिੱਖਿਆ नहीं दिती, माड़ी संगत विच पै जाणगे, नशे करन लग पैणगे, चोरियां करन लग पैणगे, अपना आप बर्बाद कर लैणगे। पर जे बचपन विच ही माँ प्यो बच्चे नूं चंगी सिੱਖਿਆ देवेगा, 99% बच्चा उस सिੱਖਿਆ ते चलदा है जिहड़ी सिੱਖਿਆ बचपन दे विच माँ प्यो ने उहनूं दित्ती है। जे चंगी सिੱਖਿਆ दित्ती है तो बच्चा चंगे काम करेगा। एक छोटी जी बेनती कर लगा, उस तो बाद मैं फतेह बुला देनी है, सिर्फ 2-3 मिनट मैं बेनती करां साध संगत। एक ना इंग्लैंड की 7 साल की बच्ची है, किन्ने सालों की जी? बोल के दसो जी, किन्ने सालों की? 7 साल की। 2 बार बच्ची ने पूरा गुरु ग्रंथ साहब पढ़ लिया। कितनी बार पढ़ लिया जी पूरा गुरु ग्रंथ साहब? 2 बार। भाव 2 संपूर्ण सहज पाठ किए बच्ची ने, 2 संपूर्ण सहज पाठ। मेरे मोबाइल च वीडियो पई है, जे किसी नूं चाहिदी होवेगी तो मैं जान लग्या जरूर दे के जावांगा, जान लग्या जरूर दे के जावांगा। 7 साल बच्ची की उम्र है, 2 बच्ची ने 2 संपूर्ण सहज पाठ किए। बाबा जी बच्ची की इंटरव्यू लै रहे हैं। बाबा जी कहते बेटा जी तुसीं किन्ने सहज पाठ किए? बच्ची कहती बाबा जी मैं 2 संपूर्ण सहज पाठ किए ने। बाबा जी कहते बेटा जी पुत्र जी किन्नी क बाणी याद है गुरु ग्रंथ साहब की? वो 7 साल की बच्ची कहती जिन्नी औखी बाणी है ना वो सारी मैनू याद है, जिन्नी महंगी बाणी सारी मैनू याद है। बाबा जी कहते बेटा जी पुत्र जी तिलंग राग का पहला शब्द केड़ा है? 7 साल की बच्ची शब्द पढ़ती है, जक अर्ज गुफ्तम पेश तो दरगोश कोन करतार, हक्का कबीर करीम तू बेऐब परवदगार, दुनिया मुकामे फानी तहकीक दिलदानी, माम सर मुए अजराइल गिरफ्ते दिल हेज लादानी। 7 साल की बच्ची ने यह शब्द मूँह जबानी पढ़िया। 15 भगतां की बाणी गुरु ग्रंथ साहब च दर्ज है। 15 भगतां दे विचों एक भगत ने भगत जयदेव जी, जिहड़े बंगाल के रहने वाले ने। 2 शब्द भगत जयदेव जी के गुरु ग्रंथ साहब के विच दर्ज ने, एक चंद सत भेदिया नाद सत पूरिया, ते एक भगत जयदेव जी का शब्द है जिन्होंने असीं भगत जयदेव जी का पदा कहने आ। मैं कौम का प्रचार किया, मैनू कोई पूछे ना भी गुरु ग्रंथ साहब से सब तो महंगी बाणी किहड़ी है, सब तो औखा शब्द किहड़ा, ते मैं कहांगा भगत जयदेव जी का पदा। बाबा जी 7 साल की बच्ची नूं पुछदे ने बेटा जी पुत्र जी भगत जयदेव जी का पदा आउंदा है? 7 साल की बच्ची कहती बाबा जी मैनूं भगत जयदेव जी का पदा मूँह जबानी याद है। 7 साल की बच्ची वो शब्द पढ़ती है। 7 साल की बच्ची भगत जयदेव जी का पदा पढ़ती है। परमाद पुरख मनोपिमंग सत आद भाव रतंग, परमद पुतंग पर कृत परंग जद चिंत सर्वगतंग, केवल राम नाम मनोरमंग बद अमृत तत्मयंग, नाद रोज दसमर नेण जन्म जराद मरण भयंग, इस जमाद प्राप्यंग जस स्वस्थ सो कृत कृतंग पाव भूत भाव समभ्यंग, परमंग प्रसन्न मितंग लोबाद दृष्ट पर ग्रहण जद विद आचरणंग, हर भगत निज नेह केवला कर्म ना बचसा। हुणे तुसीं कहो ना भाई साहब जिहड़ा शब्द पढ़िया इहदे अर्थ कर दिओ, ਇਹਦੇ अर्थ कर दिओ। जिन्ना चिर मैं अर्थ पढ़ता नहीं अर्थ कर नहीं सकता। 7 साल की बच्ची पहला मूँह जबानी शब्द पढ़ती है,
फिर वो बच्ची इस शब्द के अर्थ करती है, वो भी अंग्रेजी दे विच, वो भी इंग्लिश दे विच। उदों पैरां थल्लियों जमीन निकल गई जो 7 साल की बच्ची कहती है मैनू भट्टां दे सवैये भी याद ने ते मैनू सलोक सहस्कृति भी मूँह जबानी याद है, मूँह जबानी याद। बाबा जी कहते बेटा 7 साल तेरी उम्र, इन्नी किरपा है, किहदी किरपा है? बच्ची कहती पहली किरपा गुरु ग्रंथ साहब दी ते दूजी किरपा मेरे ते मेरे माँ प्यो दी, मेरे ते मेरे माँ प्यो दी। बाबा जी मेरा माँ प्यो गुरुद्वारे जांदा सी, मैनू भी लैके जांदे सी। अज ते असीं नहीं आउंदे, बच्चे कित्थों आउणगे? बाबा जी मेरा माँ प्यो बाणी पढ़दा सी, मैनू भी बाणी पढ़नी सिखाई। अज ते असीं नहीं पढ़दे, बच्चे कित्थों पढ़नगे? बाबा जी मेरा माँ प्यो अमृतधारी सी, मेरी 3 साल की उम्र सी जदों मैनू अमृत छका दिता। अज ते असीं अमृत नहीं छकदे, साडे बच्चे अमृत कित्थों छकणगे? साडे बच्चे अमृत कित्थों छकणगे? हुण ध्यान देना जी, जिथों मैं गल शुरू की सी, होले महल्ले का मतलब की है? होले का अर्थ है हल्ला करना ते महल्ले का अर्थ है जगह। चंगी तरह ये गल अपने मन में वसा लो। तुहानू कोई पूछे ना होले महल्ले का मतलब की है ते तुसी दस सकते हो होले का अर्थ है हल्ला करना ते महल्ले का अर्थ है जगह। हल्ला करने वाली जगह, हमला करने वाली जगह। महाराज 2 टुकड़े अपने ਸਿੰਘਾਂ ਦੀਆਂ 2 ਢਾਣੀਆਂ ਬਣਾਉਂਦੇ ਨੇ। सतगुरु पातशाह उन्होंने कृपान चलाउणी सिखाउंदे ने, तीर अंदाजी सिखाउंदे ने, घोड़ सवारी सिखाउंदे ने, नेजाबाजी सिखाउंदे ने। ते जदों होला महला आउंदा है सारा साल महाराज अभ्यास कराउंदे ने। जदों होला महला आउंदा है सतगुरु पातशाह उन्होंने आपस दे विच लड़ाउंदे ने, जिन्नू कहिंदे ने होला खेडना। आपस दे विच महाराज उन्होंने लड़ाउंदे ने। मैं बेनती करा साध संगत, ਇਹ ਹੋਲੇ ਮਹੱਲੇ ਦੇ ਅਭਿਆਸ ਦਾ ਕਮਾਲ ਸੀ। ਕੱਲੇ ਕੱਲੇ ਸਿੱਖ ਨੇ 1.25 ਲੱਖ ਦਾ ਮੁਕਾਬਲਾ ਕੀਤਾ। ਕੱਲੇ ਕੱਲੇ ਸਿੱਖ ਨੇ 1.25 ਲੱਖ ਦਾ ਮੁਕਾਬਲਾ ਕੀਤਾ। ਮੈਂ ਬੇਨਤੀ ਕਰਾਂ, ਇਹ ਹੋਲੇ ਮਹੱਲੇ ਦਾ ਅਭਿਆਸ, ਇਹ ਅਭਿਆਸ ਦਾ ਕਮਾਲ ਸੀ ਕਿ ਸਰਦਾਰ ਹਰੀ ਸਿੰਘ ਨਲੂਏ ਨੇ ਸਦਾ ਵਾਸਤੇ दरा खैबर बंद कर दिता। उस तो बाद कदी जरवाणिया ने भारत वाल अख चुक के नहीं वेखिया। मैं बेनती करा साध संगत, असी सारे ही भागां वाले हाँ। असी अपने अमीर विरसे दे नाल बड़े अमीर हैं जी। असी सिख नालों कोई अमीर नहीं। हम तनवंत भागड़ सच नाए, हर गुण गावे सह सुभाए, प्यू दादे का खोल डिठा खजाना, तां मेरे मन भया निदाना। असी अपने अमीर विरसे नाल जुड़न वास्ते इत्थे पहुंचे हाँ। पहला समागम प्रबंधक जन करवा रहे ने। धन्नवाद सारियां रब वर्गियां संगतां दा, सारे प्रबंधकां दा। मेरे वीर जसवीर सिंह होनी जिन्हां ने आप सरबत माई भाई संगत दे दर्शन करवाए ने। इन्हां छज्जल वड्डी दास नूं सुनिया सी ते कहंदे जरूर तुहानूं अपने नगर दे विच, अपने पिंड दे विच लैके जाना है। महापुरख बैठे ने, इन्हां दा धन्नवाद, सारियां दा धन्नवाद, सारियां दा। रोज सवेरे भी गुरुद्वारे आओ, शामां नूं भी गुरुद्वारा साहब आओ। सवेरे नितनेम करो, शाम नूं रहरा सौण तो पहला सोहिला साहब दा पाठ करो। जिन्हां ने अमृत छकिया बड़े ही वड्डे भाग आ, बड़े ही वड्डे भाग। जिन्हां ने अमृत नहीं छकिया, मेरी सारियां दे चरनां विच हथ बन के, हथ जोड़ के बेनती है, खंडे बाटे दा अमृत छको, खंडे बाटे दी पौल प्राप्त करो। प्यो मिल जे कलगीधर वर्गा, माता साहिब कौर वर्गी मां मिल जे, जिन्हों आनंदपुर साहिब वर्गी थां मिल जे, उन्हें होर की लैना दुनिया तो। 2 मोर्चे लगे हुए ने। एक ते भाई अमृतपाल सिंह की रिहाई वास्ते अमृतसर साहब की धरती ते मोर्चा चल रहा, ते एक किसानी मोर्चा शंभू बार्डर ते चल रहा। ते साडा सब दा ही फर्ज बनता है तन करके, मन करके, धन करके इन्हां मोर्चों दे विच असीं अपना योगदान पाइए। एक वो होते हैं जो बदल जाते हैं जमाने के साथ, लेकिन मर्द वो होते हैं जो जमाने को बदल देते हैं। हमेशा खुश रहो, चढ़दी कला दे विच रहो, चढ़दी कला दे विच ते खुशियां ते चढ़दी कला तां ही आवेगी कि रोज गुरु घर जावांगे, गुरु साहब दे दर्शन करांगे, रोज बाणी पढ़ांगे। बड़ा ही प्यारा जीवन है जी, बड़ा ही प्यारा। एक बारी मिलिया दोबारा कदी नहीं जे मिलना, कदी ये जीवन नहीं जे मिलना। इस करके खुश रहो, चढ़दी कला च रहो, किसी गल दी कोई चिंता नहीं करनी। साडा फिक्र साडे गुरु नूं है। गुरु सारे काम करेगा, गुरु सारे कार्य करेगा। महाराज सारियां नूं चढ़दी कला बख्शण। हुण भाई
ਕਵਲਜੀਤ ਸਿੰਘ ਗਗੜੇਵਾਲ, ਭਾਈ ਅਮਰਜੀਤ ਸਿੰਘ ਢੱਡੇ ਤੇ ਭਾਈ ਵਿਰਸਾ ਸਿੰਘ ਜੀ ਆਪ ਸਰਬੱਤ ਮਾਈ ਭਾਈ ਸੰਗਤ ਨੂੰ ਗੁਰ ਇਤਿਹਾਸ ਸੁਣਾ ਕੇ ਨਿਹਾਲ ਕਰਨਗੇ। ਜਿੱਦਾਂ ਤੁਸੀਂ ਦਾਸ ਨੂੰ ਬੜੇ ਪਿਆਰ ਨਾਲ ਬੈਠ ਕੇ ਸੁਣਿਆ, ਇਸੇ ਤਰ੍ਹਾਂ ਇਹ ਆਖਰੀ ਜੱਥਾ ਹੈ, ਇਹਨਾਂ ਨੂੰ ਵੀ ਬੜੇ ਪਿਆਰ ਨਾਲ ਤੁਸੀਂ ਬੈਠ ਕੇ ਸਰਵਣ ਕਰਨਾ। ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ